शिव खेरा ने अपनी बुक यू कैन विन विच लिखा है कि टेक्नोलॉजी एंड टेक्नीशियंस यू कैन ऑलवेज बाय विद मनी बट द वैल्यूएस्ट पर्सन मस्ट बिल्ड रिलेशनशिप्स। सो गुड मॉर्निंग एवरीवन। मेरे आम अध्यापक आम विद्यार्थी उन्हों की खास कहानियां विच ਜਿਹੜੇ ਮੇਰੇ ਅੱਜ ਦੇ ਗੈਸਟ ਨੇ ਉਹਨਾਂ ਦਾ ਨਾਮ ਹੈ ਮਿਸਟਰ ਪਵਨ ਕੁਮਾਰ ਔਰ ਸਰ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰ ਧਨੋਆ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸਰ ਨੇ ਆਪਣੇ ਪ੍ਰੋਫੈਸ਼ਨਲ ਕਰੀਅਰ ਦੀ ਜੋ ਸ਼ੁਰੂਆਤ ਹੈ ਉਹ ਬਤੌਰ ਮਾਸਟਰ ਨਹੀਂ ਪਰ ਬਤੌਰ ਫੌਜੀ ਕੀਤੀ ਸੀ। ਫੌਜ ਵਿੱਚ ਰਹਿ ਕੇ ਇੰਨੀਆਂ ਹਾਰਡਸ਼ਿਪਸ ਦੇ ਵਿੱਚ ਰਹਿ ਕੇ ਸਰ ਨੇ ਕਿੱਦਾਂ ਆਪਣੀ ਪੜ੍ਹਾਈ ਪੂਰੀ ਕੀਤੀ ਔਰ ਹੁਣ ਸਰ ਇੱਕ ਕੰਪੀਟੀਸ਼ਨ ਲੜ ਕੇ ਐਜ਼ ਅ ਪ੍ਰਿੰਸੀਪਲ ਕੰਮ ਕਰ ਰਹੇ ਨੇ। ਔਰ ਮੈਂ ਸਰ ਦੇ ਨਾਲ ਜਿੰਨੀ ਦੇਰ ਬੈਠ ਕੇ ਗੱਲ ਕੀਤੀ ਮੈਂ ਸਰ ਦੀ ਗੱਲਾਂ ਤੋਂ ਮੈਂ ਕੀ ਸਿੱਖਿਆ ਕਿ ਇੱਕ ਲੀਡਰ ਦੀ ਜਿਹੜੀ ਖਾਸ ਵਿਸ਼ੇਸ਼ਤਾ ਹੈ ਉਸਦਾ ਜਿਹੜਾ ਖਾਸ ਗੁਣ ਹੈ ਉਹ ਇਹ ਆ ਕਿ ਉਹ ਆਪਣੀ ਟੀਮ ਦੀ ਵਡਿਆਈ ਆਪਣੇ ਟੀਚਰਸ ਦੀ ਵਡਿਆਈ ਵਿੱਚ ਹੀ ਆਪਣੀ ਵਡਿਆਈ ਸਮਝਦਾ ਹੈ। ਸਰ ਦੇ ਵਿੱਚ ਇਹ ਗੁਣ ਅਥਾਹ ਹੈ। तो आओ सर तो ही सर दी कहानी जानते हैं। गुड मॉर्निंग, नमस्कार। मेरा नाम प्रिंसीपल पवन कुमार है। मैं प्रेजेंटली हिम्मतपुर धनोआ गवर्नमेंट सीनियर सैकेंडरी स्कूल में सेवा निभा रहा हाँ। जितों तक गल करिए कि मैं अपनी जर्नी की गल करा, मेरी जर्नी स्टार्ट हुई है 89 विच मैं फौज में भर्ती होया। ਉਹਦੇ ਪਿੱਛੇ ਰੀਜ਼ਨ ਇਹ ਸੀਗਾ ਪੜ੍ਹਨ ਨੂੰ ਮੈਂ ਠੀਕ ਠਾਕ ਸੀਗਾ, ਕੋਈ ਇੰਨਾ ਮਾੜਾ ਵੀ ਨਹੀਂ ਸੀ ਅਤੇ ਐਵੇਂ ਪਿੰਡ ਦੀ ਸੱਥ ਵਿੱਚ ਚੱਲ ਗਈ ਵੀ ਅੱਜ ਕੱਲ੍ਹ ਜੋ ਕੁਛ ਹੁੰਦਾ ਪੈਸੇ ਦੇ ਬਲ 'ਤੇ ਹੁੰਦਾ ਅਤੇ ਪੈਸੇ ਦੇ ਬਲ ਤੋਂ ਬਗੈਰ ਕੁਛ ਨਹੀਂ ਹੋ ਸਕਦਾ। ਲੇਕਿਨ ਮੇਰੀ ਵੀ ਉੱਥੇ ਬਹਿਸ ਹੋ ਗਈ। ਜਵਾਨ ਸੀਗਾ, ਤਰਕ ਜ਼ਿਆਦਾ ਦੇਣੇ ਆਉਂਦੇ ਸੀ ਅਤੇ ਮੈਂ ਕਿਹਾ ਵੀ ਨਹੀਂ, ਬੰਦੇ ਦੇ ਪੱਲੇ ਕੁਛ ਹੋਏ, ਪੜ੍ਹਾਈ ਹੋਵੇ ਤਾਂ ਬੰਦਾ ਉਵੇਂ ਹੀ ਭਰਤੀ ਹੋ ਸਕਦਾ। ਕਹਿੰਦੇ ਜੇ ਤੈਨੂੰ ਇੰਨਾ ਮਾਣ ਹੈ ਤਾਂ ਤੂੰ ਹੋ ਕੇ ਦੱਸ। ਉਹ ਮਨ ਵਿੱਚ ਠਾਣ ਲਈ, ਕਿਉਂਕਿ ਮੈਂ ਆਪਣੇ ਬਾਰੇ ਇਹ ਕਹਿ ਸਕਦਾ ਵੀ ਮੈਂ ਜਨੂੰਨੀ ਬਹੁਤ ਹੈ। ਮੈਂ ਫਾਰਮ ਲਿਆ, ਫਾਰਮ ਭਰਿਆ, ਸਿੰਪਲ ਫਾਰਮ ਉਦੋਂ ਲੈ ਕੇ ਭਰ ਦਿੰਦੇ ਸੀ। ZRO ਜਲੰਧਰ ਭਰਤੀ ਦੇਖਣ ਗਏ। ਫਿਜ਼ੀਕਲੀ ਫਿੱਟ ਸੀਗਾ, ਕਾਲਜ ਬਾਕਸਿੰਗ ਟੀਮ ਵਿੱਚ ਸੀਗਾ ਮੈਂ, ਅਤੇ ਮੈਨੂੰ ਫਿਜ਼ੀਕਲੀ ਟੈਸਟ ਦੀ ਕੋਈ ਮੁਸ਼ਕਿਲ ਨਹੀਂ ਆਈ। ਰਿਟਨ ਵਿੱਚ ਜਿਵੇਂ ਕਿ ਮੈਂ ਪਹਿਲੇ ਗੱਲ ਕਰ ਚੁੱਕਿਆ ਕਿ ਮੈਂ ਠੀਕ ਠਾਕ ਸੀਗਾ ਪੜ੍ਹਨ ਨੂੰ ਵੀ, ਅਤੇ ਟੈਸਟ ਹੋਇਆ, ਭਰਤੀ ਹੋ ਗਏ। ਅਪੁਆਇੰਟਮੈਂਟ ਲੈਟਰ ਮਿਲ ਗਿਆ। ਅਪੁਆਇੰਟਮੈਂਟ ਲੈਟਰ ਲੈ ਕੇ ਮੈਂ ਫਿਰ ਉਹਨਾਂ ਬੰਦਿਆਂ ਨੂੰ ਹੀ ਦੱਸਿਆ ਵੀ ਮੈਂ ਕਿਹਾ ਭਾਈ ਆਹ ਦੇਖੋ, ਆਹ ਅਪੁਆਇੰਟਮੈਂਟ ਲੈਟਰ ਹੈ, ਆਹ ਮੈਨੂੰ ਮਿਲ ਗਿਆ। ਅਤੇ ਉਸ ਤੋਂ ਬਾਅਦ ਕਿਉਂਕਿ ਮੇਰਾ ਕੋਈ ਵਿਚਾਰ ਨਹੀਂ ਸੀਗਾ ਕਿ ਮੈਂ ਫੌਜ ਵਿੱਚ ਜਾਣਾ, ਉਹ ਅਪੁਆਇੰਟਮੈਂਟ ਲੈਟਰ ਲੈ ਕੇ ਮੈਂ ਕਿਹਾ ਵੀ ਹੁਣ ਮੈਂ ਜਾਣਾ ਤਾਂ ਹੈ ਨਹੀਂ, ਇਹਨੂੰ ਪਾੜ ਕੇ ਸੁੱਟ ਦੇਣੇ। ਲੇਕਿਨ ਸਾਡੇ ਹੋਰ ਪਿੰਡ ਦੇ ਬਜ਼ੁਰਗਾਂ ਨੇ ਕਿਹਾ ਵੀ ਕਾਕਾ ਤੈਨੂੰ ਰੁਜ਼ਗਾਰ ਮਿਲਿਆ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਤੈਨੂੰ ਰੁਜ਼ਗਾਰ ਮਿਲ ਗਿਆ, ਤੂੰ ਕਾਹਨੂੰ ਛੱਡਦਾ ਪਿਆ। ਕੋਈ ਇੰਨੀ ਜ਼ਿਆਦਾ ਸੋਚ ਮੇਰੀ ਵੱਡੀ ਨਹੀਂ ਸੀਗੀ ਕਿ ਕੁਛ ਅਸੀਂ ਹੋਰ ਅੱਗੇ ਕਰ ਸਕਦੇ ਹਾਂ। ਚਲੋ ਜੀ, ਹੋ ਗਏ ਭਰਤੀ। ਅੱਛਾ, ਭਰਤੀ ਹੋ ਕੇ ਮੈਂ ਦਾ ਡੋਗਰਾ ਰੈਜੀਮੈਂਟਲ ਸੈਂਟਰ ਫੈਜ਼ਾਬਾਦ UP ਪਹੁੰਚਿਆ। ਭਰਤੀ ਦਾ ਪਹਿਲਾ ਦਿਨ, ਅਤੇ ਪਹਿਲਾ ਦਿਨ ਜਿਹੜੇ ਨਿਕਲਿਆ ਤਾਂ ਉਸ ਤੋਂ ਬਾਅਦ ਮੈਂ ਇਹ ਕਹਾਂ ਕਿ ਮੈਨੂੰ ਕੋਈ ਅੱਜ ਮੇਰੇ ਕੋਲ ਪੈਸੇ ਲੈ ਲੇ ਤਾਂ ਮੈਨੂੰ ਆਪਣੇ ਘਰ ਵਾਪਸ ਜਾਣ ਦੇਵੇ। ਮਤਲਬ ਇੰਨਾ ਉਹਦੀ ਹਾਰਡਸ਼ਿਪ ਦੇਖ ਕੇ, ਫੌਜ ਦੀ ਨੌਕਰੀ ਦੀ ਹਾਰਡਸ਼ਿਪ ਦੇਖ ਕੇ, ਮੈਂ ਇੰਨੇ ਮਾਂ ਪਿਓ ਦਾ ਇਕੱਲਾ ਮੁੰਡਾ ਸੀ, ਮੈਂ ਇੰਨੀ ਹਾਰਡਸ਼ਿਪ ਝੱਲੀ ਨਹੀਂ ਸੀ ਕਦੀ। ਅਤੇ ਮੈਂ ਕਿਹਾ ਵੀ ਮੇਰੇ ਕੋਲ ਕੋਈ ਪੈਸੇ ਲੈ ਲੇ ਤਾਂ ਮੈਨੂੰ ਵਾਪਸ ਭੇਜ ਦੇਵੇ। ਪਰ ਨਹੀਂ, ਉਸ ਵੇਲੇ ਰੂਲ ਬੜੇ ਸਖਤ ਸਨ ਅਤੇ ਜਿਹੜਾ ਕੁਛ ਮਾਂ ਪਿਓ ਦੀ ਇੱਜ਼ਤ, ਕੁਛ ਆਪਣਾ ਬਈ ਐਡਾ ਤਗੜਾ ਮੁੰਡਾ ਤੂੰ ਫੌਜ ਦੀ ਨੌਕਰੀ ਨਹੀਂ ਕਰ ਸਕਿਆ, ਬਈ ਉਹ ਦਿਮਾਗ ਵਿੱਚ ਚੱਲਦਾ ਰਹਿੰਦਾ ਸੀਗਾ ਵੀ ਤੈਨੂੰ ਬਾਹਰ ਜਾ ਕੇ ਲੋਕਾਂ ਨੇ ਕਹਿਣਾ ਵੀ ਆ ਭਗੌੜਾ ਹੋ ਕੇ ਆ ਗਿਆ। ਚਲੋ ਜੀ, ਟ੍ਰੇਨਿੰਗ ਕਰ ਲਈ, ਸ਼ੁਰੂ ਹੋ ਗਏ। ਜਿਹੜੇ ਮੇਰੇ ਕਾਲਜ ਵਿੱਚ ਮੇਰੇ ਦੋਸਤ ਮੇਰੇ ਨਾਲ ਪੜ੍ਹਦੇ ਸੀ, ਮੈਂ ਉਹਨਾਂ ਦੇ ਨਾਲ ਪੱਤਰਾਚਾਰ ਹੁੰਦਾ ਰਹਿੰਦਾ ਸੀ। ਉਸ ਸਮੇਂ ਮੋਬਾਈਲ ਫੋਨ ਨਹੀਂ ਸੀਗੇ ਜਾਂ ਦੂਸਰੇ STD ਬੂਥ ਨਹੀਂ ਸੀ, ਫੋਨ ਦੀ ਫੈਸਿਲਿਟੀ ਬਹੁਤ ਘੱਟ ਸੀ। ਚਿੱਠੀ ਪੱਤਰਾਚਾਰ ਉਹਨਾਂ ਦੇ ਨਾਲ ਹੁੰਦਾ ਸੀ, ਅਤੇ ਉਹੀ ਚਿੱਠੀ ਪੱਤਰਾਚਾਰ ਵਿੱਚ ਜਦੋਂ ਪਤਾ ਲੱਗਦਾ ਸੀ ਯਾਰ ਫਲਾਨਾ ਮੁੰਡਾ BA ਕਰ ਗਿਆ, B.Ed ਕਰ ਗਿਆ ਫਲਾਨਾ, ਫਿਰ ਮੇਰੇ ਮਨ ਵਿੱਚ ਕਿਤੇ ਨਾ ਇਹ ਖਿਆਲ ਆਉਂਦਾ ਸੀ ਕਿ ਯਾਰ ਇਹ ਬੱਚੇ, ਇਹ ਜਿਹੜੇ ਮੇਰੇ ਦੋਸਤ ਹੈ, ਇਹ ਪੜ੍ਹਾਈ ਵਿੱਚ ਮੇਰੇ ਨਾਲ ਕਿਤੇ ਥੋੜ੍ਹਾ ਜਿਹਾ ਜ਼ਿਆਦਾ ਪਿੱਛੇ ਸੀਗੇ ਅਤੇ ਅੱਜ ਵਧੀਆ ਮਤਲਬ ਹੋ ਗਏ।
ਤੇ ਮਨ ਵਿੱਚ ਉਦੋਂ ਵਿਚਾਰ ਬਣਾ ਲਿਆ ਵੀ ਯਾਰ ਕੁਛ ਹੋਰ ਨਾ ਬਣੀਏ ਪਰ ਮਾਸਟਰ ਜ਼ਰੂਰ ਬਣਨਾ। ਸਮੇਂ ਬੀਤਦਾ ਗਿਆ। ਇਨ ਬਿਟਵੀਨ ਮੇਰੇ ਮਦਰ ਬਿਮਾਰ ਹੋ ਗਏ। ਇਹ ਗੱਲ ਹੈ 93-94 ਦੀ। ਅਤੇ ਮੈਂ ਆਪਣੀ ਪੋਸਟਿੰਗ ਜਿਹੜੀ ਹੈ ਆਰਮੀ ਹੈੱਡਕੁਆਟਰ ਨਿਊ ਦਿੱਲੀ ਮੈਂ ਕਰਵਾ ਲਈ। ਉੱਥੇ ਆ ਕੇ ਲਾਈਫ ਚੱਲਦੀ ਗਈ ਐਜ਼ ਯੂਜ਼ਲ, ਜਿੱਦਾਂ ਚੱਲਦੇ ਰੂਟੀਨ 'ਚ। ਦਫ਼ਤਰ ਗਏ, ਦਫ਼ਤਰ ਕੰਮ ਕੀਤਾ, ਆ ਗਏ, ਦਫ਼ਤਰ ਗਏ, ਦਫ਼ਤਰ ਕੰਮ ਕੀਤਾ, ਆ ਗਏ। ਇੱਕ ਵਾਰ ਮੇਰੇ ਦੋਸਤ ਕਹਿ ਲਓ ਜਾਂ ਮੇਰੇ ਮੋਟੀਵੇਟਰ ਕਹਿ ਲਓ, ਉਹਨਾਂ ਨੇ ਮੈਨੂੰ ਪਾਰਕ ਵਿੱਚ ਅਸੀਂ ਖਾਣਾ ਖਾ ਕੇ ਬੈਠੇ ਸੀਗੇ ਅਤੇ ਆਮ ਗੱਲਾਂ ਸ਼ੁਰੂ ਹੋ ਗਈਆਂ ਕਿ ਜਿਵੇਂ ਕਿ ਇਹ ਪ੍ਰੋਗਰਾਮ ਦਾ ਵੀ ਨਾਂ ਹੈ ਵੀ ਆਮ ਤੋਂ ਖਾਸ ਕਿੱਦਾਂ ਬਣਦਾ। ਉਹ ਆਮ ਗੱਲ ਮੇਰੀ ਜ਼ਿੰਦਗੀ ਵਿੱਚ ਖਾਸ ਗੱਲ ਬਣ ਗਈ। ਉਹਨਾਂ ਨੇ ਮੈਨੂੰ ਪੁੱਛਿਆ ਵੀ ਪਵਨ ਤੇਰੀ ਨੌਕਰੀ ਕਿੰਨੀ ਹੋਈ ਹੈ। ਪਹਿਲਾ ਕੁਐਸਚਨ ਉਹਨੇ ਕੀਤਾ ਵੀ ਪਵਨ ਤੂੰ ਕਿੰਨੇ ਸਾਲ ਨੌਕਰੀ ਕਰਨੀ ਹੈ। 15 ਸਾਲ ਕਰਨੀ, ਕਿਉਂਕਿ ਮਿਨੀਮਮ ਫੌਜ ਵਿੱਚ 15 ਸਾਲ ਜੋਬ ਕਰਦੇ ਆ। ਮੈਂ ਕਿਹਾ ਜੀ ਹਾਂਜੀ 15 ਤਾਂ ਕਰਨੀ ਹੈ ਜੀ, ਹੁਣ ਪੈਨਸ਼ਨ ਲੈ ਕੇ ਤਾਂ ਜਾਣਾ। ਅਤੇ ਮੈਨੂੰ ਉਹਨਾਂ ਨੇ ਇਹ ਕਿਹਾ ਕਿ ਨੌਕਰੀ ਹੋ ਗਈ ਹੈ। ਮੈਂ ਕਿਹਾ ਜੀ 6 ਸਾਲ ਹੋ ਗਈ ਹੈ। ਕਹਿੰਦੇ ਇਟ ਮੀਨਸ ਤੂੰ 9 ਸਾਲ ਨੌਕਰੀ ਹੋਰ ਕਰਨੀ ਹੈ। ਮੈਂ ਕਿਹਾ ਹਾਂਜੀ। ਕਹਿੰਦੇ ਪੜ੍ਹਿਆ ਕਿੰਨਾ। ਮੈਂ ਕਿਹਾ ਜੀ +2। ਕਹਿੰਦੇ ਵੀ ਜੇ ਕਾਕਾ ਤੂੰ ਇੱਕ ਕਹਿੰਦੇ ਪੜ੍ਹਨ ਨੂੰ ਕਿੱਦਾਂ ਦਾ ਸੀ। ਮੈਂ ਕਿਹਾ ਜੀ ਠੀਕ ਠਾਕ ਸੀਗਾ। ਕਹਿੰਦੇ ਜੇ ਇੱਕ ਕਲਾਸ ਬੇਟਾ ਤੂੰ 2 ਸਾਲਾਂ ਵਿੱਚ ਵੀ ਕਰੇ ਤਾਂ ਜਦੋਂ ਤਾਈਂ ਤੇਰੀ ਮਤਲਬ ਨੌਕਰੀ ਪੂਰੀ ਹੋਣੀ ਹੈ ਉਦੋਂ ਤੱਕ ਤੇਰੀ MA ਹੋ ਜਾਣੀ ਹੈ। ਉਹ ਗੱਲ ਮੈਨੂੰ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸਮਝ ਲਓ, ਜਾਂ ਕਹਿ ਲਓ ਕਿ ਮੈਨੂੰ ਗੱਲ ਉਹ ਮੇਰੇ ਦਿਲ 'ਤੇ ਲੱਗੀ ਸਿੱਧੀ। ਉਹਨਾਂ ਦਾ ਨਾਂ ਹੈ, ਉਹ ਹੁਣ ਆਪਣੇ ਬਤੌਰ SS ਮਾਸਟਰ ਸ਼੍ਰੀ ਆਦਰਸ਼ ਕੁਮਾਰ ਜੀ ਗਰੋਟਾ, ਸਰਕਾਰੀ ਸੀਨੀਅਰ ਸੈਕੰਡਰੀ ਗਰੋਟਾ ਗੁਰਦਾਸਪੁਰ ਵਿਖੇ ਸੇਵਾ ਨਿਭਾ ਕੇ ਰਿਟਾਇਰ ਹੋਏ ਆ। ਮੈਨੂੰ ਗੱਲ ਉਹਨਾਂ ਦੀ ਬੜੀ ਵੀ ਚੰਗੀ ਸਲਾਹ ਦੇਣ ਵਾਲਾ ਲਾਈਫ ਵਿੱਚ ਕਦੀ ਕਦੀ ਬੰਦਾ ਮਿਲਦਾ। ਭੈੜੀਆਂ ਸਲਾਹਾਂ ਜਿੱਥੋਂ ਮਰਜ਼ੀ ਲਓ। ਮੇਰੇ ਮਨ ਨੇ ਕਿਹਾ ਵੀ ਦੇਖ ਮਨਾ, ਇਹ ਬੰਦੇ ਨੇ ਤੇਰੇ ਕੋਲ ਕੁਛ ਵੀ ਨਹੀਂ ਲੈਣਾ, ਨਾ ਤੂੰ ਇਹਦਾ ਰਿਲੇਟਿਵ ਹੈ, ਤੈਨੂੰ ਕਿੱਡੀ ਕੀਮਤੀ ਗੱਲ ਕਹਿ ਗਿਆ। ਉਹ ਗੱਲ ਮੈਂ ਆਪਣੇ ਪੱਲੇ ਬੰਨ੍ਹ ਲਈ। ਅਤੇ ਲੱਕੀਲੀ ਉਸ ਸਾਲ ਕੁਰੂਕਸ਼ੇਤਰ ਯੂਨੀਵਰਸਿਟੀ 1 ਸਿਟਿੰਗ BA ਨਿਕਲੀ ਹੈ। ਮੈਂ BA ਦੇ ਫਾਰਮ ਭਰ ਦਿੱਤੇ। ਉਸ ਵੇਲੇ ਸੀਗਾ ਕਿ 1 ਸਿਟਿੰਗ BA ਮਤਲਬ ਵੀ ਜਿਹੜੇ ਫਸਟ ਈਅਰ ਸੈਕੰਡ ਈਅਰ ਫਾਈਨਲ ਦੇ ਪੇਪਰ ਇਕੱਠੇ ਦੇਣੇ ਆ। ਜਾਣੀ ਕਿ ਜੇ ਸਵੇਰੇ ਫਸਟ ਈਅਰ ਦਾ ਪੇਪਰ ਹੁੰਦਾ ਸੀ, ਸ਼ਾਮ ਨੂੰ ਕੀ ਪਤਾ ਫਾਈਨਲ ਦਾ ਪੇਪਰ ਹੁੰਦਾ ਸੀ। ਠੀਕ ਹੈ ਜੀ। ਦਾਖਲਾ ਭਰ ਦਿੱਤਾ, ਮਾਈਗ੍ਰੇਸ਼ਨ ਕਰਵਾ ਲਈ, ਭਰ ਦਿੱਤਾ। ਅਤੇ ਜਦੋਂ ਪੇਪਰ ਨੇੜੇ ਆਏ ਤਾਂ ਮਨ ਵਿੱਚ ਕਿਤੇ ਨਾ ਕਿਤੇ ਇੱਕ ਚੋਰ ਸੀਗਾ। ਮਨ ਵਿੱਚ ਚੋਰ ਇਹ ਸੀਗਾ ਕਿ ਪੇਪਰ ਵਿੱਚ ਚੀਟਿੰਗ ਕਰਾਂਗੇ, ਮਤਲਬ BA ਕਰਨੀ ਹੈ, ਚੀਟਿੰਗ ਕਰਾਂਗੇ। ਅਤੇ ਚੀਟਿੰਗ ਦੇ ਖਿਆਲ ਨਾਲ, ਮੈਂ ਝੂਠ ਨਹੀਂ ਬੋਲਦਾ, ਜੋ ਹੋਇਆ ਮੈਂ ਤੁਹਾਨੂੰ ਉਹ ਦੱਸ ਰਿਹਾ। ਮਨ ਵਿੱਚ ਖਿਆਲ ਸੀਗਾ ਵੀ ਚੀਟਿੰਗ ਕਰਕੇ ਪਾਸ ਹੋਣਾ। ਔਰ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਮੇਰੀ ਜੋਬ ਸਾਰੀ ਹੈ ਕੰਪਿਊਟਰ ਐਜ਼ ਏ ਕੰਪਿਊਟਰ ਆਪਰੇਟਰ ਸੀਗੀ। ਅਤੇ ਮੈਂ ਕੰਪਿਊਟਰ 'ਤੇ ਬੈਠ ਕੇ ਜਿਹੜੇ ਮੇਰਾ ਫ੍ਰੀ ਟਾਈਮ ਹੋਣਾ, ਮੈਂ ਸੈਂਟਰਲ ਆਈਡੀਏ, ਸਟੋਰੀ, ਕੁਐਸਚਨ ਜਿਹੜੇ ਵੱਡੇ ਵੱਡੇ ਹੋਣੇ, ਉਹਨਾਂ ਨੂੰ ਟਾਈਪ ਕਰਨਾ ਸ਼ੁਰੂ ਕਰ ਦਿੱਤਾ। ਉਹਦਾ ਇੱਕ ਫਾਇਦਾ ਮੈਨੂੰ ਹੋਇਆ ਕਿ ਮੇਰੀ ਟਾਈਪਿੰਗ ਸਪੀਡ ਵੱਧ ਗਈ। ਆਪਣੇ ਵੱਲੋਂ ਮੈਂ ਪਰਚੀ ਬਣਾਉਂਦਾ ਛੋਟਾ, ਬਿਲਕੁਲ ਉਹਨੂੰ ਕੰਪਰੈਸ ਕਰਕੇ, ਅਤੇ ਫਿਰ ਉਹਦੀਆਂ ਮੈਂ ਛੋਟੀਆਂ ਛੋਟੀਆਂ ਪਰਚੀਆਂ ਬਣਾ ਲਈਆਂ। ਅਤੇ ਪੇਪਰ ਦਾ ਦਿਨ ਆਇਆ। ਪਾਣੀਪਤ ਮੇਰਾ ਸੈਂਟਰ ਸੀਗਾ। ਸੌਰੀ, ਪਸੀਨਾ ਬਹੁਤ ਆ ਰਿਹਾ। ਪਾਣੀਪਤ ਮੇਰਾ ਸੈਂਟਰ ਆਇਆ ਅਤੇ ਪਹਿਲਾ ਪੇਪਰ ਸੀ ਇੰਗਲਿਸ਼ ਦਾ, ਫਾਈਨਲ ਦਾ ਪੇਪਰ ਸੀਗਾ। BA ਫਾਈਨਲ ਦਾ ਪਹਿਲਾ ਪੇਪਰ ਸੀਗਾ। ਸੈਂਟਰ ਵਿੱਚ ਚਲੇ ਗਏ, ਵਰਦੀ ਪਾਈ ਵੀ, ਵਰਦੀ ਵਿੱਚ ਕਿਸੇ ਨੇ ਪੁੱਛਣਾ ਨਹੀਂ, ਆਪਣੀ ਐਨ ਕੈਪ ਸ਼ੈਪ ਲਾਈ, ਬੂਟ ਵਧੀਆ ਪੋਲਿਸ਼ ਕਰਕੇ, ਐਨ ਟੋਪੀ ਚਮਕਾ ਕੇ ਆਪਣੇ ਸਿਰ 'ਤੇ ਰੱਖੀ, ਪਹੁੰਚ ਗਏ ਸੈਂਟਰ ਵਿੱਚ। ਉਹਦਾ ਬੈਨੀਫਿਟ ਵੀ ਕਿਤੇ ਨਾ ਕਿਤੇ ਮਿਲਿਆ, ਕਿਸੇ ਨੇ ਰਿਗਾਰਡ ਕੀਤਾ ਅਤੇ ਅੱਛਾ ਸੀਟ ਮਿਲ ਗਈ। ਅੱਛਾ ਪੇਪਰ ਆ ਗਿਆ। ਪੇਪਰ ਵਿੱਚ ਆਉਂਦਾ ਤਾਂ ਮੈਂ ਤੁਹਾਨੂੰ ਦੱਸਿਆ ਵੀ ਉਹੀ ਕੁਛ ਸੀਗਾ ਵੀ ਚੀਟਿੰਗ ਵੱਲ ਜ਼ਿਆਦਾ ਧਿਆਨ ਸੀਗਾ ਅਤੇ ਪੜ੍ਹਾਈ ਵੱਲ ਘੱਟ ਸੀਗਾ ਵੀ। ਫਿਰ ਪੇਪਰ ਸ਼ੁਰੂ ਹੋਇਆ। ਥੋੜ੍ਹਾ ਜਿੰਨਾ ਕੁ ਪੇਪਰ ਮੈਂ ਕਰ ਸਕਦਾ ਸੀ ਕੀਤਾ। ਅਤੇ ਉਸ ਤੋਂ ਬਾਅਦ ਜਿੱਦਾਂ ਆਪਾਂ ਗੱਲ ਕਹਿੰਦੇ ਹਾਂ ਨਾ ਵੀ ਹਾਂ ਵੀ ਸਮਾਨ ਕੱਢਣਾ ਸ਼ੁਰੂ ਕੀਤਾ ਹੌਲੀ ਹੌਲੀ। ਅਤੇ ਉਹ ਪਰਚੀ ਕੱਢਣੀ ਸ਼ੁਰੂ ਕੀਤੀ। ਇੱਕ ਸੈਂਟਰਲ ਆਈਡੀਆ ਕਰ ਲਿਆ, ਪਰਚੀ ਖਾ ਲਈ, ਛੋਟੀ ਜਿਹੀ ਤਾਂ ਪਰਚੀ ਸੀ, ਖਾ ਲਈ। ਫਿਰ ਇੱਕ ਸਟੋਰੀ ਸੀਗੀ। ਸਟੋਰੀ ਮੈਂ ਜਿਹੜੇ ਕਰਦਾ ਪਿਆ ਸੀ ਅਤੇ ਮੈਨੂੰ ਇਨਵਿਜੀਲੇਟਰ ਉੱਥੇ ਪ੍ਰੋਫੈਸਰ ਸੀਗੇ ਕੋਈ ਸਰਦਾਰ ਸਾਹਿਬਾਨ, ਮੈਨੂੰ ਨਾਮ ਨਹੀਂ ਉਹਨਾਂ ਦਾ ਯਾਦ।
ਉਹਨਾਂ ਨੇ ਮੈਨੂੰ ਪਕੜ ਲਿਆ ਤੇ ਕਹਿੰਦੇ ਵੀ ਸ਼ਰਮ ਜਿਹਨੂੰ ਹੋਵੇ ਉਹਨੂੰ ਥੋੜ੍ਹਾ ਜਿਹਾ ਕਿਹਾ ਹੀ ਬਹੁਤ ਹੁੰਦਾ। ਤੇ ਉਹਨਾਂ ਨੇ ਮੈਨੂੰ ਕਿਹਾ ਜੀ ਦੇਖੋ ਤੁਸੀਂ ਵਰਦੀ ਪਾਈ ਹੈ, ਮੈਂ ਇਹਦਾ ਰਿਗਾਰਡ ਕਰਦਾ ਹੋਇਆ ਤੁਹਾਡਾ ਮੈਂ ਕੇਸ ਨਹੀਂ ਬਣਾਵਾਂਗਾ, ਪਰ ਪਲੀਜ਼ ਇਹ ਕੰਮ ਨਾ ਕਹੋ। ਮੇਰੇ ਤੋਂ ਏਜ ਤੋਂ ਵੀ ਵੱਡੇ ਸੀਗੇ ਉਹ, ਮੈਂ ਤਾਂ ਯੰਗ ਬॉय ਸੀਗਾ 23-24 ਸਾਲ ਦਾ, ਅਤੇ ਮੇਰੇ ਨਾਲ ਉਹ ਏਜ 'ਚ ਕਾਫੀ ਵੱਡੇ ਸੀ। ਉਹਨਾਂ ਨੇ ਮੈਨੂੰ ਪਲੀਜ਼ ਸ਼ਬਦ ਕਹੇ ਤਾਂ ਮੇਰੇ ਦਿਲ ਨੂੰ ਦੁੱਖ ਬਹੁਤ ਹੋਇਆ ਵੀ ਮਤਲਬ ਮੈਂ ਅੱਜ ਆਪਣੀ ਵਰਦੀ ਨੂੰ ਨਾ ਕਿਤੇ ਬਦਨਾਮ ਕੀਤਾ, ਆਪਣੀ ਫੌਜ ਦੀ ਨੌਕਰੀ ਜਾਂ ਜੋ ਵੀ ਕਹਿ ਲਓ ਵੀ ਮਤਲਬ ਇਹਦਾ ਮੈਂ ਗਲਤ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਸ ਦਿਨ ਜਾ ਕੇ ਮੈਂ ਇਹ ਪ੍ਰਣ ਕੀਤਾ ਵੀ ਪਹਿਲੀ ਗੱਲ ਵੀ ਮੇਰਾ ਨਤੀਜਾ ਚਾਹੇ ਜੋ ਵੀ ਹੋਵੇ ਉਹਦੀ ਮੈਨੂੰ ਪਰਵਾਹ ਨਹੀਂ, ਅੱਜ ਤੋਂ ਬਾਅਦ ਚੀਟਿੰਗ ਨਹੀਂ ਹੋਏਗੀ। ਜਿੰਨੀਆਂ ਪਰਚੀਆਂ ਸਾਰੇ ਪੇਪਰਾਂ ਦੀ ਅਲੱਗ-ਅਲੱਗ ਬਣਾਇਆ ਜੀ, ਸਮਾਨ ਬੈਗ 'ਚੋਂ ਕੱਢਿਆ, ਉਹਨੂੰ ਅੱਗ ਲਾਈ, ਅਤੇ ਅਗਲੇ ਜਿਹੜਾ ਸਵੇਰ ਨੂੰ ਪੇਪਰ ਸੀਗਾ ਉਹਦੀ ਪੂਰੀ ਰਾਤ ਬੈਠ ਕੇ ਮੈਂ ਤਿਆਰੀ ਕੀਤੀ, ਤਾਂ ਅਗਲਾ ਪੇਪਰ ਮੇਰਾ ਬਹੁਤ ਵਧੀਆ ਗਿਆ। ਇਸੇ ਤਰ੍ਹਾਂ ਜਿਹੜੇ ਮੇਰੇ ਪੇਪਰ ਹੈ ਟੋਟਲ 15 ਪੇਪਰ ਸੀਗੇ, 15 ਪੇਪਰ ਫਿਰ ਮੈਂ ਪੂਰੀ ਇਮਾਨਦਾਰੀ ਨਾਲ ਦਿੱਤੇ, ਜਾਣੀ ਕਿ ਈਵਨ ਕਿਸੇ ਨੂੰ ਪੁੱਛਣ ਦੀ ਵੀ ਹਿੰਮਤ ਨਹੀਂ ਕੀਤੀ। ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ 15 ਪੇਪਰਾਂ ਵਿੱਚੋਂ 14 ਪੇਪਰ ਮੇਰੇ ਫਸਟ ਅਟੈਂਪਟ ਵਿੱਚ ਕਲੀਅਰ ਹੋ ਗਏ ਕੁਰੂਕਸ਼ੇਤਰ ਯੂਨੀਵਰਸਿਟੀ ਦੇ, ਅਤੇ ਇੱਕ ਪੇਪਰ ਮੇਰਾ ਸੋਸ਼ੋਲੋਜੀ ਦਾ ਫਸਿਆ ਫਾਈਨਲ ਕਲਾਸ ਦਾ, ਉਹ ਮੈਂ ਨੈਕਸਟ ਦਸੰਬਰ ਵਿੱਚ 97 ਵਿੱਚ ਉਹਨੂੰ ਤੋੜ ਦਿੱਤਾ। ਅਤੇ ਉਹਦੇ ਵਿੱਚ ਕੀ ਹੋਇਆ, ਇੱਕ ਮੈਨੂੰ ਬਹੁਤ ਵੱਡੀ, ਤਾਂ ਜੇ ਤੁਸੀਂ ਮਿਹਨਤ ਨਾਲ ਕੋਈ ਚੀਜ਼ ਹਾਸਲ ਕੀਤੀ ਹੈ ਤਾਂ ਤੁਸੀਂ ਦੇਖੋਗੇ ਉਹ ਥੋੜ੍ਹੀ ਚੀਜ਼ ਦਾ ਵੀ ਤੁਹਾਨੂੰ ਪ੍ਰਾਊਡ ਬਹੁਤ ਫੀਲ ਹੋਏਗਾ। ਅਤੇ ਮੈਂ ਬਹੁਤ ਚੌੜੇ ਹੋ ਕੇ ਮੈਨੂੰ ਲੱਗਦਾ ਸੀਗਾ ਕਿ ਮੈਂ ਕੁਝ ਕੀਤਾ ਲਾਈਫ ਵਿੱਚ, ਕਿਉਂਕਿ +2 ਸੀਗਾ, ਯੰਗ ਬॉय +2 ਸੀਗਾ, ਅਤੇ ਇੰਨੀ ਅਚੀਵਮੈਂਟ ਮੈਨੂੰ ਜਿਹੜੇ ਕੋਈ ਪੁੱਛਦਾ ਸੀਗਾ, ਬਾਕੀਆਂ ਨੂੰ ਪੁੱਛਦੇ ਪਏ ਸੀ ਫੌਜ ਵਿੱਚ ਵੀ, ਹਾਂ ਬੇਟਾ ਤੇਰੀ ਕਿੰਨੀ ਕੁਆਲੀਫਿਕੇਸ਼ਨ, ਕੋਈ 10ਵੀਂ ਕਹਿੰਦਾ, ਕੋਈ 11ਵੀਂ ਕਹਿੰਦਾ, ਕੋਈ 9ਵੀਂ ਜਾਂ ਬੜੀ ਹੱਦ +2 ਕਹਿ ਦਿੰਦਾ। ਮੈਨੂੰ ਕੋਈ ਪੁੱਛਦਾ ਅਤੇ ਮੈਂ ਕਹਿੰਦਾ ਜੀ ਮੇਰੀ ਕੁਆਲੀਫਿਕੇਸ਼ਨ BA, ਅਤੇ ਮੈਨੂੰ ਲੱਗਦਾ ਸੀ ਕਿ ਵਾਕਈ ਮੈਂ ਥੋੜ੍ਹਾ ਜਿਹਾ ਆਪਣੀ ਲਾਈਫ ਵਿੱਚ ਰੇਜ਼ ਕੀਤਾ, ਚੜ੍ਹਾਈ ਵਾਲੀ ਗੱਡੀ ਸ਼ੁਰੂ ਹੋ ਗਈ ਹੈ। ਹੁਣ ਜਦੋਂ ਪੜ੍ਹਨ ਦਾ ਤਰੀਕਾ ਪਤਾ ਲੱਗ ਗਿਆ, ਇੱਕ ਟਾਈਟਲ ਲੱਗ ਗਿਆ ਪਵਨ ਕੁਮਾਰ BA, ਫਿਰ ਸ਼ੌਕ 'ਚ ਆ ਗਿਆ ਵੀ ਕਿਉਂ ਨਾ ਅੱਗੇ ਪੜ੍ਹਾਈ ਨੂੰ ਜਾਰੀ ਕੀਤਾ ਜਾਏ। ਲੱਕੀਲੀ MA ਪੰਜਾਬੀ ਦੀ ਮੈਂ ਭਰ ਦਿੱਤੀ, ਸੇਮ ਯੂਨੀਵਰਸਿਟੀ ਕੁਰੂਕਸ਼ੇਤਰ, ਉਦੋਂ 1 ਸਿਟਿੰਗ ਖਤਮ ਹੋ ਗਈ, ਉਹ 2 ਸਾਲ ਦੀ ਸੀ, ਅਤੇ ਉਹ 2 ਸਾਲ ਦੀ ਜਿਹੜੇ MA ਸ਼ੁਰੂ ਕੀਤੀ ਹੈ ਅਤੇ ਪੜ੍ਹਨ ਦਾ ਮਜ਼ਾ ਆਉਣ ਲੱਗ ਪਿਆ। ਪੜ੍ਹਾਈ ਆਪਣੇ ਜਿੰਨਾ ਵੀ ਮੈਨੂੰ ਫੌਜ ਵਿੱਚ ਟਾਈਮ ਮਿਲਦਾ ਸੀ, ਕਿਉਂਕਿ ਬੜਾ ਘੱਟ ਟਾਈਮ ਮਿਲਦਾ ਹੈ ਫੌਜ ਵਿੱਚ, ਬਿਜ਼ੀ ਸ਼ਡਿਊਲ ਹੁੰਦਾ, ਯਾਨੀ ਕਿ ਤੁਹਾਨੂੰ ਆਪਣੇ ਰੈਸਟ ਟਾਈਮ ਵਿੱਚੋਂ ਹੀ ਟਾਈਮ ਕੱਢਣਾ ਪੈਂਦਾ। ਮੈਂ ਕਹਾਂਗਾ ਵੀ ਫੌਜ ਵਿੱਚ ਰਹਿ ਕੇ ਪੜ੍ਹਨਾ ਬਹੁਤ ਸੌਖਾ ਵੀ ਹੈ ਅਤੇ ਬਹੁਤ ਔਖਾ ਵੀ ਹੈ। ਉਹਦੇ 'ਚ ਗੱਲ ਇਹ ਹੈ ਕਿ ਛੁੱਟੀ ਨੂੰ ਮੈਨੇਜ ਕਰਨਾ ਆਪਣੇ ਪੇਪਰਾਂ ਦੇ ਹਿਸਾਬ ਨਾਲ, ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਆਪਣੇ ਪੇਪਰਾਂ ਦੇ ਹਿਸਾਬ ਨਾਲ ਮੈਨੇਜ ਕਰਨਾ, ਉਹ ਮੈਂ ਉੱਥੋਂ ਸਿੱਖਿਆ ਵੀ ਕਿੱਦਾਂ ਮੈਨੇਜਮੈਂਟ ਕਰੀਦੀ ਹੈ, ਕਿੱਦਾਂ ਟਾਈਮ ਨੂੰ ਸਹੀ ਪਲਾਨ ਕਰਕੇ ਉਹਨੂੰ ਵੰਡੀਦਾ, ਕਿੱਦਾਂ ਕੰਮਾਂ ਦੀ ਪ੍ਰਾਇਓਰਟੀ ਦੇਣੀ ਹੈ। ਉਹ ਫਿਰ ਮੈਂ ਪੇਪਰ ਦਿੱਤੇ, ਪੇਪਰ ਦੇ ਕੇ ਮੇਰੀ ਜਦੋਂ MA ਵੀ ਕਲੀਅਰ ਹੋ ਗਈ, ਅਤੇ ਫਿਰ ਮਨ ਵਿੱਚ ਉਹੀ ਸ਼ੌਕ ਆਇਆ ਵੀ ਹੁਣ ਅੱਗੇ ਕੀ। ਅੱਗੇ ਮਨ ਵਿੱਚ ਯਾਦ ਆਇਆ ਵੀ ਪਵਨ ਕੁਮਾਰ ਕਿਸੇ ਵੇਲੇ ਰਿਕਰੂਟੀ ਸਮੇਂ ਤੂੰ ਆਪਣੇ ਆਪ ਨੂੰ ਵਾਅਦਾ ਕੀਤਾ ਸੀਗਾ ਕਿ ਮੈਂ ਮਾਸਟਰ ਬਣਨਾ, ਅਤੇ ਮਾਸਟਰ ਬਣਨ ਲਈ B.Ed ਚਾਹੀਦੀ ਹੈ, ਅਤੇ B.Ed ਪ੍ਰਾਈਵੇਟਲੀ ਕੋਈ ਵੀ ਨਹੀਂ ਕਰਵਾਉਂਦਾ ਸੀਗਾ। ਇੱਥੇ ਮੈਂ ਮੈਂਸ਼ਨ ਕਰਨਾ ਚਾਹਾਂਗਾ, ਮੇਰੇ ਇੱਕ CO ਰਹੇ ਆ ਕਰਨਲ RS ਓਜਲਾ, ਉਹ ਜਵਾਨਾਂ ਨੂੰ ਪੜ੍ਹਾਈ ਦੇ ਪ੍ਰਤੀ ਬੜੇ ਮੋਟੀਵੇਟ ਕਰਦੇ ਸੀਗੇ ਕਿ ਤੁਸੀਂ ਪੜ੍ਹੋ, ਆਪਣੀ ਲਾਈਫ ਵਿੱਚ ਕੁਛ ਬਣੋ, ਅਚੀਵ ਕਰੋ, ਐਵੇਂ ਸਿਪਾਹੀ ਦੇ ਸਿਪਾਹੀ ਆ ਕੇ ਨਾ ਤੁਰ ਜਾਇਓ ਜਾਂ ਫੌਜੀ ਦੇ ਫੌਜੀ ਆ ਕੇ ਨਾ ਤੁਰ ਜਾਇਓ, ਲਾਈਫ ਵਿੱਚ ਕੁਛ ਬਣੋ। ਉਹਨਾਂ ਦੀ ਮੋਟੀਵੇਸ਼ਨ ਦੇ ਨਾਲ ਅਤੇ ਉਹਨਾਂ ਦੀ ਹੈਲਪ ਦੇ ਨਾਲ ਮੈਂ ਇਗਨੂ ਤੋਂ ਓਪਨ B.Ed ਦਾ ਨਿਕਲਦਾ, ਸਟੇਟ ਵਾਈਜ਼ ਉਹਨਾਂ ਨੇ ਸੀਟਾਂ ਅਲਾਟ ਕੀਤੀਆਂ ਹੁੰਦੀਆਂ। ਮੈਂ ਉਸ ਸਮੇਂ ਸਿੱਕਮ ਸੀਗਾ, ਸਿੱਕਮ ਸਟੇਟ ਤੋਂ ਮੈਂ ਇਹਦਾ ਐਂਟਰੈਂਸ ਦਿੱਤਾ, ਅਤੇ 600-700 ਬੱਚਾ ਅਪੇਅਰ ਹੋਇਆ ਸੀ, ਉਹਦੇ ਵਿੱਚ ਮੇਰਾ 22ਵਾਂ ਨੰਬਰ ਸੀ। ਸੀਟਾਂ 100 ਰੱਖਣੀ, ਮੇਰਾ ਉੱਥੇ ਥਰੂ ਹੋ ਗਿਆ, ਅਤੇ ਮੇਰਾ ਜਿਹੜੀ ਟੀਚਿੰਗ ਪ੍ਰੈਕਟਿਸ ਹੈ ਉਹ ਫੌਜ ਦੀ ਸਰਵਿਸ ਦੇ ਨਾਲ ਚੱਲਦੀ ਸੀਗੀ। ਮਤਲਬ ਆਪਣੀ ਛੁੱਟੀ ਵਿੱਚੋਂ ਮੈਂ ਪੰਜਾਬ ਤੋਂ ਸਿੱਕਮ ਜਾਂਦਾ ਸੀਗਾ, ਲੋਇਲਾ ਕਾਲਜ ਆਫ ਐਜੂਕੇਸ਼ਨ ਨਾਮਚੀ, ਸਾਊਥ ਸਿੱਕਮ ਵਿੱਚ ਸੀਗਾ ਕਾਲਜ, ਉੱਥੇ ਮੇਰਾ PCP ਲੱਗਦਾ ਸੀ, ਉਹਨੂੰ ਮੈਂ ਅਟੈਂਡ ਕਰਨ ਲਈ ਉੱਥੇ ਜਾਂਦਾ ਸੀ। ਉਹ ਮੇਰਾ ਸਕਸੈਸਫੁਲੀ ਹੋਇਆ। ਉੱਥੇ ਟੀਚਰ ਸੀਗੇ ਮੇਰੇ
ਜਿਹੜੇ ਮੈਂਟੋਰ ਸੀਗੇ ਜਾਂ ਯੂਨੀਵਰਸਿਟੀ ਵੱਲੋਂ ਤੁਸੀਂ ਸਮਝ ਲਓ ਲਗਾਏ ਗਏ ਟੀਚਰ ਸੀਗੇ, ਮੈਡਮ ਸੰਧਿਆ ਰੋਏ ਸੀਗੇ, ਪ੍ਰੋਫੈਸਰ ਸੰਧਿਆ ਰੋਏ, ਉਹ ਅੱਜ ਕੱਲ੍ਹ ਉੱਥੇ ਪ੍ਰਿੰਸੀਪਲ ਨੇ। ਉਹਨਾਂ ਨੇ ਮੇਰਾ ਮਾਰਗਦਰਸ਼ਨ ਬਹੁਤ ਵਧੀਆ ਕੀਤਾ, ਮੈਨੂੰ ਬਹੁਤ ਚੰਗੀਆਂ ਗੱਲਾਂ ਸਿਖਾਈਆਂ ਉਹਨਾਂ ਨੇ ਟੀਚਿੰਗ ਦੇ ਬਾਰੇ। ਔਰ ਮਤਲਬ ਆਫਟਰ B.Ed ਵੀ ਮੈਂ ਉਹਨਾਂ ਦੇ ਕੋਂਟੈਕਟ ਵਿੱਚ ਹੈਗਾ, ਔਰ ਸਟਿਲ ਮੈਂ ਉਹਨਾਂ ਦੇ ਕੋਂਟੈਕਟ ਵਿੱਚ ਹੈ। ਉਹ ਮੈਨੂੰ ਹਜੇ ਵੀ ਬਹੁਤ ਵਧੀਆ ਗੱਲਾਂ ਦੱਸਦੇ ਨੇ ਲਾਈਫ ਬਾਰੇ, ਅੱਗੇ ਕੀ ਕਰਨਾ, ਕਿੱਦਾਂ ਮਤਲਬ ਮੁਸੀਬਤਾਂ ਨੂੰ ਹੈਂਡਲ ਕਰਨਾ, ਉਹ ਦੱਸਦੇ। ਜਾਣੀ ਕਿ ਮੈਨੂੰ ਜਿੱਥੋਂ ਵੀ ਥੋੜ੍ਹੀ ਜਿਹੀ ਚੀਜ਼ ਮਿਲੀ ਹੈ ਸਿੱਖਣ ਨੂੰ, ਉਹ ਮੈਂ ਸਿੱਖੀ ਜ਼ਰੂਰ ਹੈ, ਚਾਹੇ ਮੇਰੇ ਸਟੂਡੈਂਟ ਤੋਂ ਮਿਲੀ ਹੈ, ਕਲੀਗ ਤੋਂ ਮਿਲੀ ਹੈ, ਜੂਨੀਅਰ ਤੋਂ ਮਿਲੀ ਹੈ, ਸੀਨੀਅਰ ਤੋਂ ਮਿਲੀ ਹੈ, ਉਹਨੂੰ ਮੈਂ ਸਿੱਖਿਆ। ਇੱਥੇ ਹੈ ਮੇਰੀ B.Ed ਦੀ ਜਰਨੀ। ਮੈਂ B.Ed ਮੇਰੀ ਕੰਪਲੀਟ ਹੋ ਗਈ ਅਤੇ ਲੱਕੀਲੀ ਜ਼ਿਲ੍ਹਾ ਪਰਿਸ਼ਦ ਵਿੱਚ April 2006 ਵਿੱਚ ਜ਼ਿਲ੍ਹਾ ਪਰਿਸ਼ਦ ਵਿੱਚ ਵੈਕੈਂਸੀਜ਼ ਨਿਕਲੀਆਂ ਪ੍ਰਾਇਮਰੀ ਟੀਚਰ ਦੀਆਂ। ਮੈਂ ਅਪਲਾਈ ਕੀਤਾ, ਅਪਲਾਈ ਕਰਕੇ ਮੇਰੀ ਸਿਲੈਕਸ਼ਨ ਵੀ ਹੋ ਗਈ। 31 August 2006 ਆਫਟਰ ਕੰਪਲੀਸ਼ਨ ਆਫ 17.5 year ਸਰਵਿਸ, ਮੈਂ 10 September 2006 ਵਿੱਚ ਮੈਂ ਕਲੀਚਪੁਰ ਕਲੋਤਾ ਡਿਸਟ੍ਰਿਕਟ ਹੁਸ਼ਿਆਰਪੁਰ ਵਿੱਚ ਹੈ, ਬਲਾਕ ਮੁਕੇਰੀਆਂ 1, ਉੱਥੇ ਜੁਆਇਨ ਕਰ ਲਿਆ। ਉਸ ਤੋਂ ਬਾਅਦ C.DAC ਦੇ ਵਿੱਚ ਵੈਕੈਂਸੀਜ਼ ਆਈਆਂ, ਮਾਸਟਰ ਕੇਡਰ, ਲੈਕਚਰਰ, ਹੈਡ ਮਾਸਟਰ, ਅਤੇ ਮੈਂ SS ਮਾਸਟਰ ਔਰ ਲੈਕਚਰ ਪੰਜਾਬੀ, ਇਹਨਾਂ ਦੋਨਾਂ ਪੋਸਟਾਂ ਵਾਸਤੇ ਅਪਲਾਈ ਕੀਤਾ ਅਤੇ ਲੱਕੀਲੀ ਮੇਰਾ ਦੋਹਾਂ ਵਿੱਚ ਨੰਬਰ ਆ ਗਿਆ। ਪਹਿਲੇ ਮੈਂ ਕੁਛ ਦਿਨ ਸਰਵਿਸ ਕੀਤੀ ਹੈ SS ਮਾਸਟਰ ਗਵਰਨਮੈਂਟ ਸੀਨੀਅਰ ਸੈਕੰਡਰੀ ਸੰਘੋ ਕਤਰਾਲਾ, ਔਰ ਸੇਮ ਸਕੂਲ ਦੇ ਵਿੱਚ ਫਿਰ ਮੈਂ ਐਜ਼ ਏ ਲੈਕਚਰ ਸਾਰਿਆਂ ਨਾਲ ਜੂਨੀਅਰ ਮਾਸਟਰ ਔਰ ਫਿਰ ਸਾਰਿਆਂ ਨਾਲ ਸੀਨੀਅਰ ਅਧਿਆਪਕ ਬਣ ਕੇ ਸੇਮ ਸਕੂਲ ਵਿੱਚ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੰਘੋ ਕਤਰਾਲਾ ਵਿੱਚ ਜੁਆਇਨ ਕੀਤਾ। ਔਰ ਉੱਥੇ ਤਕਰੀਬਨ ਉਸ ਵੇਲੇ ਰੈਗੂਲਰ ਪ੍ਰਿੰਸੀਪਲ ਬਹੁਤ ਘੱਟ ਸਨ, ਮੈਂ ਉਸ ਸਕੂਲ ਵਿੱਚ ਤਕਰੀਬਨ 6-7 ਸਾਲ ਆਫੀਸ਼ੀਏਟ ਕੀਤਾ, ਸਾਰਿਆਂ ਨਾਲ ਜੂਨੀਅਰ ਮਾਸਟਰ, ਸਾਰਿਆਂ ਨਾਲ ਸੀਨੀਅਰ ਬਣ ਕੇ। ਜਿਹੜੇ ਬੰਦੇ ਮੇਰੇ ਤੋਂ ਸਾਰੇ ਸੀਨੀਅਰ ਸੀਗੇ ਉਹਨਾਂ ਤੋਂ ਵੀ ਮੈਂ ਸੀਨੀਅਰ ਲੱਗ ਗਿਆ 1 ਨੰਬਰ 'ਤੇ। ਅਤੇ ਸਰਵਿਸ ਮੇਰੀ ਚੱਲੀ, ਆਪਣੇ ਵੱਲੋਂ ਜੋ ਕੁਛ ਬਣ ਪਾਇਆ ਐਜੂਕੇਸ਼ਨ ਡਿਪਾਰਟਮੈਂਟ ਸਕੂਲ ਦੀ ਡਿਵੈਲਪਮੈਂਟ ਵਾਸਤੇ ਉਹ ਕੀਤਾ। ਉਹ ਸਕੂਲ 2002 ਦੇ ਵਿੱਚ ਅਪਰੂਵ ਹੋ ਗਿਆ ਸੀ +2, ਲੇਕਿਨ ਉੱਥੇ ਕਲਾਸਿਸ ਨਹੀਂ ਬਹਿੰਦੀਆਂ ਸੀ। ਉਹ ਟੀਚਰਸ ਨੇ ਉੱਥੋਂ ਦੇ ਨੇ ਮੈਨੂੰ ਰਿਕੁਐਸਟ ਕੀਤੀ ਵੀ ਸਰ ਇੱਥੇ ਹੀ ਜੁਆਇਨ ਕਰੋ, ਇੱਥੇ ਆਪਾਂ +2 ਸ਼ੁਰੂ ਕਰ ਰਹੇ ਹਾਂ। ਅਤੇ ਮੈਂ ਫ਼ਖਰ ਨਾਲ ਕਹਿ ਸਕਦਾ ਕਿ ਉਹ ਸਕੂਲ ਵਿੱਚ +2 ਸਟਾਰਟ ਕਰਨ ਵਾਲਾ ਮੈਂ ਹੀ ਬੰਦਾ, ਮਤਲਬ ਐਜ਼ ਏ ਫਸਟ ਲੈਕਚਰਰ ਮੈਂ ਜੁਆਇਨ ਕੀਤਾ। ਫਿਰ ਕਲਾਸ ਬਿਠਾਉਣੀ ਪੈਣੀ ਸੀ, ਉੱਥੋਂ ਸ਼ੁਰੂ ਹੋਈ +1 +2। ਉੱਥੇ ਰਹਿ ਕੇ ਜੋ ਵੀ ਮੈਨੂੰ ਸੇਵਾ ਦਾ ਮੌਕਾ ਮਿਲਿਆ, ਜੋ ਬਿਲਡਿੰਗ ਪਾਸੋਂ, ਫਰਨੀਚਰ ਪਾਸੋਂ ਜਾਂ ਮਤਲਬ ਕਿਸੇ ਵੀ ਪਾਸੋਂ, ਸਾਰੇ ਸਟਾਫ ਨੂੰ ਨਾਲ ਲੈਂਦੇ। ਦੇਖੋ ਮੈਂ ਆਪਣੇ ਐਕਸਪੀਰੀਅੰਸ ਤੋਂ, ਫੌਜ ਇੱਕ ਇਕੱਠੀ ਯੂਨਿਟ ਹੁੰਦੀ ਹੈ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਐਕਟਿਵ, ਜਿੰਨਾ ਮਰਜ਼ੀ ਮਤਲਬ ਉਹ ਸਮਾਰਟ ਹੋਏ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਜੇ ਉਹਦੇ ਨਾਲ ਉਹਦੀ ਟੀਮ ਜਿਹੜੀ ਹੈ ਕੰਮ ਕਰਨ ਵਾਲੀ ਨਹੀਂ ਹੈ, ਇਕਜੁੱਟ ਹੋ ਕੇ ਕੰਮ ਕਰਨ ਲਈ। ਇਕਜੁੱਟ ਟੀਮ ਨੂੰ ਕਰਨ ਲਈ ਤੁਹਾਨੂੰ ਐਫਰਟ ਕਰਨੇ ਪੈਣੇ ਆ, ਤੁਹਾਨੂੰ ਇਹ ਟੀਮ ਨੂੰ ਇਕਜੁੱਟ ਕਿੱਦਾਂ ਰੱਖਣਾ ਉਹ ਤਰੀਕੇ ਸਿੱਖਣੇ ਪੈਣੇ ਆ। ਆਪਣੇ ਆਪ ਦੀ ਹਸਤੀ ਨੂੰ ਥੋੜ੍ਹਾ ਜਿਹਾ ਮਿਟਾਉਣਾ ਪੈਂਦਾ। ਜੇ ਤੁਸੀਂ ਕਿਸੇ ਨੂੰ ਨਾਲ ਆਪਣੇ ਰਲਾਉਣਾ ਚਾਹੁੰਦੇ ਹੋ ਤਾਂ ਆਪਣੀ ਈਗੋ ਨੂੰ ਛੱਡਣਾ ਪੈਂਦਾ, ਆਪਣੇ ਇੱਕ ਜਿਹੜਾ ਹਉਮੈ ਹੈ ਕੋਈ ਵੀ ਕਿਸੇ ਵੀ ਕਿਸਮ ਦਾ, ਉਹਨੂੰ ਛੱਡ ਕੇ ਫਿਰ ਤੁਸੀਂ ਆਪਣੇ ਜਿਹੜੇ ਸਾਥੀਆਂ ਨੂੰ ਨਾਲ ਲੈ ਕੇ ਚੱਲੋਗੇ, ਫਿਰ ਤੁਸੀਂ ਦੇਖੋਗੇ ਇੱਕ ਟੀਮ ਦੇ ਤੌਰ 'ਤੇ ਤੁਹਾਨੂੰ ਕੰਮ ਕਰਨ ਦਾ ਬਹੁਤ ਮਜ਼ਾ ਆਏਗਾ। ਸੋ ਉਹੀ ਮੈਂ ਕੀਤਾ, ਆਪਣੀ ਟੀਮ ਦੇ ਤੌਰ 'ਤੇ ਇੱਕ ਆਪਣੀ ਟੀਮ ਨੂੰ ਲੈ ਕੇ ਚੱਲਿਆ। ਇੱਥੇ ਮੈਂ ਇੱਕ ਮੈਂਸ਼ਨ ਕਰਾਂਗੀ ਕਿ ਉੱਥੇ ਸਰਵਿਸ ਕਰਦੇ ਕਿ ਮੈਂ ਇੱਕ ਜ਼ਰੂਰ ਗੱਲ ਸਿੱਖੀ ਕਿ ਆਪਣੇ ਟੀਚਰਸ ਨੂੰ ਵੱਧ ਤੋਂ ਵੱਧ ਮੌਕਾ ਦਿਓ। ਜਦੋਂ ਇਹਦੇ ਵਾਸਤੇ ਮੈਂ ਉੱਥੇ ਇੱਕ ਸ਼ੁਰੂਆਤ ਕੀਤੀ, ਜਦੋਂ ਕੋਈ ਮਤਲਬ ਜਿਸ ਤਰ੍ਹਾਂ 15 ਅਗਸਤ ਹੁੰਦੀ ਸੀ, 26 ਜਨਵਰੀ ਆਉਂਦੀ ਸੀ, ਰਿਪਬਲਿਕ ਡੇ, ਇੰਡੀਪੈਂਡੈਂਸ ਡੇ, ਇਹਦੇ 'ਤੇ ਉੱਥੇ ਜਿਹੜੇ ਝੰਡਾ ਚੜ੍ਹਾਉਣ ਦੀ ਰਸਮ ਆਉਂਦੀ ਸੀ ਅਤੇ ਮੈਂ ਆਪਣੇ ਨਾਲ ਜ਼ਰੂਰ ਮੈਂ ਇੱਕ ਜਾਂ ਵੀ ਨੰਬਰ ਲਗਾਇਆ ਵੀ ਸੀਨੀਅਰ ਜਾਂ ਸੀਨੀਅਰ ਤੋਂ ਜੂਨੀਅਰ, ਜਿਹੜਾ ਇੱਕ ਵੀ ਉਹਨੂੰ ਆਪਣੇ ਤੋਂ ਜੂਨੀਅਰ ਨੂੰ ਇੱਕ ਨੂੰ ਮੈਂ ਬੁਲਾਉਂਦਾ ਸੀ ਵੀ ਹਾਂ ਵੀ ਇਸ ਵਾਰੀ ਤੁਸੀਂ ਝੰਡਾ ਲੈ ਰਹੇ ਹੋ। ਉਹਦੇ ਨਾਲ ਕੀ ਸੀ, ਇੱਕ ਟੀਚਰ ਨੂੰ ਬਹੁਤ ਤਗੜੀ ਮੋਟੀਵੇਸ਼ਨ ਮਿਲਦੀ ਸੀ ਕਿ ਇਸ ਸਕੂਲ ਵਿੱਚ ਮੇਰੀ ਵੀ ਕੁਝ ਹੋਂਦ ਹੈਗੀ ਹੈ। ਸਰ
गुड सुननी, चाहे एक छोटा बच्चा है, चाहे एक टीचर है, चाहे एक ਲੈਕਚਰਰ ਹੈ ਜਾਂ ਚਾਹੇ ਇੱਕ ਪ੍ਰਿੰਸੀਪਲ ਹੈ, ਚਾਹੇ ਆਈ ਥਿੰਕ ਜਿਹੜੇ ਸਾਡੇ ਹਾਇਰ ਅਥਾਰਟੀਜ਼ ਨੇ, ਗੁੱਡ ਸੁਣਨੀ ਸਾਰਿਆਂ ਨੂੰ ਹੀ ਬੜੀ ਅੱਛੀ ਲੱਗੀ। ਉਹ ਜਿਹੜੀ ਥਾਪੀ ਮਿਲਦੀ ਹੈ ਨਾ ਸਰ, ਉਹ ਆਈ ਥਿੰਕ ਜੇ ਕਿਸੇ ਬੰਦੇ ਵਿੱਚ ਕੰਮ ਕਰਨ ਦੀ ਜਿਹੜੀ ਉਹ ਇੱਛਾ ਹੈ ਉਹਨੂੰ ਹੋਰ ਸਪਾਰਕ ਦਿੰਦੀ ਹੈ। ਹਾਂਜੀ ਹਾਂਜੀ, ਇਹ ਮੈਂ 100% ਐਗਰੀ ਹੈ। ਅਤੇ ਉਹ ਜਦੋਂ ਮੈਂ ਉਸ ਬੰਦੇ ਨੂੰ ਇਸ 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 ਫੰਕਸ਼ਨ ਲਈ ਜਾਂ ਇਸ ਈਵੈਂਟ ਲਈ ਉਹਨੂੰ ਮੈਂ ਐਜ਼ ਏ ਸਪੈਸ਼ਲ ਫੀਲ ਕਰਾਉਂਦਾ ਸੀ ਅਤੇ ਉਹਦਾ ਇੰਸਟੈਂਟ ਰਿਜ਼ਲਟ ਮੈਨੂੰ ਮਿਲਦਾ ਸੀ ਕਿ ਉਹ ਬੰਦਾ ਆਪਣੀ ਦੁੱਗਣੀ ਤਾਕਤ ਦੇ ਨਾਲ ਸਟ੍ਰਾਈਕ ਕਰਦਾ ਸੀ, ਮੀਨ ਕਿ ਉਹ ਆਪਣੀ ਦੁੱਗਣੀ ਜਾਨ ਲਗਾਉਂਦਾ ਸੀ ਸਕੂਲ ਦੇ ਬੈਟਰਮੈਂਟ ਲਈ। ਮੈਨੂੰ ਸਕੂਲ ਨੂੰ ਵਧੀਆ ਕਰਨ ਲਈ ਉਸ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਮਿਲੀ। ਇਹ ਮੇਰਾ ਐਕਸਪੀਰੀਅੰਸ ਹੈ। ਹੁਣ ਇਸ ਤੋਂ ਬਾਅਦ ਮਤਲਬ ਜਿੰਨਾ ਵੀ ਹੈ ਇਹ ਸਾਰਾ ਕੁਛ ਇੱਕ ਟੀਮ ਵਰਕ ਦੇ ਤੌਰ 'ਤੇ ਹੀ ਮੈਂ ਜੋ ਗੇਨ ਕੀਤਾ ਆਪਣੀ ਲਾਈਫ ਵਿੱਚ, ਜੋ ਆਪਣੇ ਏਰੀਏ ਦੇ ਵਿੱਚ ਜੇ ਸਕੂਲ ਦਾ ਨਾਂ ਹੋਇਆ ਤਾਂ ਉਹ ਟੀਮ ਵਰਕ ਕਰਕੇ ਹੋਇਆ। ਸਾਰੇ ਗੱਲ ਕਰਦੇ ਸੀ ਹਾਂ ਵੀ ਕਤਰਾਲੇ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ, ਕਤਰਾਲੇ ਡਿਸਿਪਲਿਨ ਬਹੁਤ ਹੈ, ਕਤਰਾਲੇ ਦੇ ਜਿਹੜੇ ਟੀਚਰ ਗਾਉਂਦੇ ਆ। ਦੇਖੋ ਟੀਮ ਵਰਕ ਇੱਕ ਅਲੱਗ ਚੀਜ਼ ਹੈ, ਟੀਮ ਵਰਕ ਹੈ ਇੱਕ ਪੋਜ਼ੀਟਿਵ ਪਾਸੇ। ਇਹ ਨਹੀਂ ਕਿ ਇੱਕ ਮੈਂ ਜੁੰਡਲੀ ਬਣਾਈ ਸੀ। ਜੁੰਡਲੀ ਬਣਾਉਣਾ ਇਹ ਹੁੰਦਾ ਕਿ ਤੁਸੀਂ 4 ਟੀਚਰਾਂ ਦਾ ਗਰੁੱਪ ਬਣਾ ਲਿਆ, ਉਹਨੂੰ ਲੈ ਕੇ ਤੁਸੀਂ ਜੀ ਬਾਕੀ ਜਿਹੜੇ ਕੁਛ ਟੀਚਰ ਹੈਗੇ ਉਹ ਲੱਗੇ ਰਹਿਣ, ਜਿਹੜੇ 4-5 ਤੁਹਾਡੇ ਫੇਵਰੇਟ ਹੈ ਉਹ ਤੁਹਾਡੇ ਨਾਲ ਬੈਠ ਕੇ ਚਾਹ ਪੀਂਦੇ ਰਹਿਣ। ਉਹ ਨਹੀਂ, ਮਤਲਬ ਕੰਮ ਇਕੁਅਲੀ ਡਿਵਾਈਡ ਕਰਨਾ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਮੈਨੂੰ ਜ਼ਿਆਦਾ ਕੰਮ ਹੈ। ਸਕੂਲ ਵਿੱਚ ਨੈਚੁਰਲੀ ਤੁਹਾਨੂੰ ਪਤਾ ਕਿ ਬਹੁਤ ਕੰਮ ਹੈ, ਅੱਜ ਕੱਲ੍ਹ ਸਾਰੇ ਮਿਹਨਤ ਕਰਦੇ ਆ ਟੀਚਰ। ਉਹ ਟ੍ਰੈਂਡ ਚਲਾ ਗਿਆ ਕਿ ਟੀਚਰ ਨਹੀਂ ਪੜ੍ਹਾਉਂਦੇ, ਟੀਚਰ ਪੜ੍ਹਾਉਂਦੇ ਆ, ਸਮੇਂ ਸਿਰ ਆਉਂਦੇ ਆ। ਹਰ ਟੀਚਰ ਦੇ ਅੰਦਰ ਇੱਕ ਸਪੈਸ਼ਲ ਹੈਗਾ, ਕੁਛ ਨਾ ਕੁਛ ਹੈਗਾ ਸਪੈਸ਼ਲ। ਉਹਨੂੰ ਬਾਹਰ ਕਿੱਦਾਂ ਕੱਢਣਾ ਉਹ ਤੁਹਾਡੇ ਹੱਥ ਵਿੱਚ ਹੈ। ਸਰ ਉਸ ਤੋਂ ਬਾਅਦ ਹੁਣ ਤੁਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰ ਧਨੋਆ ਵਿੱਚ ਐਜ਼ ਅ ਪ੍ਰਿੰਸੀਪਲ ਕੰਮ ਕਰ ਰਹੇ ਹੋ। ਹਾਂਜੀ ਸਰ, ਇਹ ਤੁਸੀਂ 2019 ਵਿੱਚ ਜਿਹੜੀਆਂ PPSC ਦੀਆਂ ਡਾਇਰੈਕਟ ਐਂਟਰੈਂਸ ਟੈਸਟ ਹੋਇਆ ਸੀ ਉਹ ਕਲੀਅਰ ਕੀਤਾ। ਹਾਂਜੀ ਹਾਂਜੀ ਸਰ ਮੋਸਟਲੀ ਅਸੀਂ ਕਿਸੇ ਤੋਂ ਵੀ ਪੁੱਛਦੇ ਹਾਂ, ਮੇਰੇ ਨਾਲ ਦੇ ਕਲੀਗ ਹੈਗੇ ਸਰ, ਮੈਂ ਉਹਨਾਂ ਨੂੰ ਪੁੱਛਿਆ ਤਾਂ ਸਰ ਉਹਨਾਂ ਨੇ ਕਿਹਾ ਕਿ ਮੈਂ ਕੁਝ ਪੇਪਰਸ ਦੀ, ਕੁਝ ਐਗਜ਼ਾਮਸ ਦੀ ਤਿਆਰੀ ਕਰਦਾ ਪਿਆ ਸੀ। ਹਾਂਜੀ ਹਾਂਜੀ, ਅਤੇ ਉਹ ਤਿਆਰੀ ਮੈਨੂੰ ਬਹੁਤ ਕੰਮ ਆਈ ਅਤੇ ਮੈਂ ਮਤਲਬ ਉਹਦਾ ਸਾਰਾ ਮੈਨੂੰ ਫਰੂਟ ਇਹ ਮਿਲਿਆ ਕਿ ਮੈਂ ਹੁਣ ਐਜ਼ ਅ ਹੈਡ ਜਾਂ ਮੈਂ ਐਜ਼ ਅ ਪ੍ਰਿੰਸੀਪਲ ਹੁਣ ਕੰਮ ਕਰ ਰਿਹਾ। ਤਾਂ ਸਰ ਮਤਲਬ ਕਿ ਤੁਸੀਂ ਵੀ ਉਸ ਦੌਰਾਨ ਕੋਈ ਆਪਣੇ ਸਿਵਲ ਸਰਵਿਸਿਜ਼ ਦੇ ਐਗਜ਼ਾਮ ਦੀ ਤਿਆਰੀ ਕਰਦੇ ਸੀ ਜਿਹਦਾ ਤੁਹਾਨੂੰ ਰਿਜ਼ਲਟ ਮਿਲਿਆ ਔਰ ਤੁਸੀਂ ਟੈਸਟ ਕਲੀਅਰ ਕਰ ਲਿਆ ਔਰ ਰਾਈਟ ਅਵੇ ਤੁਸੀਂ ਪ੍ਰਿੰਸੀਪਲ ਦੀ ਪੋਸਟ 'ਤੇ? ਨਹੀਂ ਮੈਡਮ, ਮੈਂ ਕੋਈ ਸਿਵਲ ਸਰਵਿਸਿਜ਼ ਦੇ ਐਗਜ਼ਾਮ ਲਈ ਤਿਆਰੀ ਨਹੀਂ ਕੀਤੀ, ਲੇਕਿਨ ਜਿੱਦਾਂ ਮੈਂ ਤੁਹਾਨੂੰ ਪਹਿਲੇ ਮੈਂਸ਼ਨ ਕੀਤਾ ਕਿ ਮੈਂ ਜਨੂੰਨੀ ਹਾਂ, ਮੈਂ ਫੋਕਸਡ ਹੈ। ਮੈਂ ਜੋ ਕਰਨਾ ਉਹ ਕਰਨਾ, ਮੈਂ ਪਾਰਸ਼ਲੀ ਟਰਾਈ ਨਹੀਂ ਕਰਦਾ, ਮੈਂ ਉਹਦੇ 'ਤੇ 100% ਟਰਾਈ ਕਰਦਾ। ਟਾਰਗੇਟ ਇੱਕ, ਉਹਦੇ 'ਤੇ 100% ਟਰਾਈ ਕਰਦਾ। ਅੱਗੇ ਫਿਰ ਕਿਸਮਤ ਹੈ, ਮਿਲੇ ਚਾਹੇ ਨਾ ਮਿਲੇ। ਇਹ ਵੀ ਚੈਲੰਜ ਆਇਆ ਵੀ ਹਾਂ ਵੀ ਡਾਇਰੈਕਟ ਪ੍ਰਿੰਸੀਪਲ ਐਜੂਕੇਸ਼ਨ ਡਿਪਾਰਟਮੈਂਟ ਨੇ ਇੱਕ ਬਹੁਤ ਵਧੀਆ ਕਦਮ ਲਿਆ ਕਿ ਯੰਗ ਦਾ ਜੋਸ਼ ਔਰ ਪੁਰਾਣੇ ਬੰਦਿਆਂ ਦਾ ਐਕਸਪੀਰੀਅੰਸ ਇਹਨੂੰ ਮਿਲਾ ਕੇ ਸਿੱਖਿਆ ਵਿਭਾਗ ਨੂੰ ਹੋਰ, ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਈਏ। ਇਹ ਮੈਂ ਇਸ ਕਦਮ ਨੂੰ, ਗੌਰਮੈਂਟ ਦੇ ਕਦਮ ਨੂੰ ਬਹੁਤ ਐਪਰੀਸ਼ੀਏਟ ਕਰਾਂਗਾ ਕਿ ਜੋਸ਼ ਦੇ ਨਾਲ ਹੋਸ਼ ਦਾ ਸੰਗਮ ਜਿਹੜਾ ਕਰਾ ਕੇ ਬਈ ਨਵੀਂ ਸੋਚ ਜਿਹੜੇ ਬੱਚੇ ਲੈ ਕੇ ਆਉਂਦੇ ਆ, ਨਵੀਂ ਸੋਚ ਜਿਹੜੇ ਯੰਗ ਟੀਚਰ ਲੈ ਕੇ ਆਉਂਦੇ ਆ। IT ਸੈਕਟਰ ਉਹਨਾਂ ਦਾ ਸਾਡੇ ਨਾਲ ਜ਼ਿਆਦਾ ਬਿਹਤਰ ਹੈ, ਉਹਨਾਂ ਦੇ ਮਤਲਬ ਨਵੀਂ ਟੈਕਨੀਕਸ ਨਾਲ ਉਹ ਜ਼ਿਆਦਾ ਵਾਕਿਫ ਨੇ, ਸਮੇਂ ਦੇ ਹਵਾਣੀ ਹੋਣ ਕਰਕੇ ਉਹਨਾਂ ਨੇ ਉਹ ਚੀਜ਼ਾਂ ਜ਼ਿਆਦਾ ਸਿੱਖੀਆਂ, ਉਹਨਾਂ ਦੇ ਨਾਲ ਜ਼ਿਆਦਾ ਘੁਲੇ ਮਿਲੇ ਆ। ਔਰ ਪੁਰਾਣਾ ਜੋਸ਼, ਪੁਰਾਣਾ ਐਕਸਪੀਰੀਅੰਸ ਉਹਦੇ ਜਿਹੜੇ ਮਿਕਸ ਹੋ ਜਾਂਦਾ ਅਤੇ ਉਹਦਾ ਰਿਜ਼ਲਟ ਨੈਚੁਰਲੀ ਬਹੁਤ ਵਧੀਆ ਆਉਂਦਾ। ਮੈਂ ਇੱਥੇ ਗੱਲ ਕਰਾਂਗਾ ਕਿ ਜਿੱਥੇ PPSC ਦੇ ਤਿਆਰੀ ਦੀ ਗੱਲ ਹੈ, ਉਹੀ ਮਨ ਵਿੱਚ ਇੱਕ ਵਾਰੀ ਫਿਰ ਕਲਿੱਕ ਕਰ ਗਿਆ ਵੀ ਨਹੀਂ ਯਾਰ, ਇਹਨੂੰ ਪਹਿਲੇ ਤਾਂ ਮਨ ਸੀਗਾ ਨਹੀਂ ਛੱਡੋ ਯਾਰ, ਲੈਕਚਰਰ ਪੰਜਾਬੀ ਹੈਗਾ, 6-7 ਸਾਲ ਨੌਕਰੀ ਬਚੀ ਹੈ, ਇੱਥੇ ਆਰਾਮ ਨਾਲ ਨਿਕਲ ਜਾਣੀ ਹੈ, ਕਰਦੇ ਪਏ ਵੀ ਦੋਸਤ ਵੀ ਹੈ, ਭਾਈਚਾਰਾ ਬਣਿਆ ਦਾ, ਟੀਚਰ ਸਾਰੇ ਆਪਣੇ ਹੈਗੇ ਵਧੀਆ ਸੌਰੀ। ਲੇਕਿਨ ਫਿਰ ਮਨ ਵਿੱਚ ਕਲਿੱਕ ਕੀਤਾ, ਮੇਰੇ ਇੱਕ ਸਾਥੀ ਹੈ, ਉਹਨਾਂ ਨੇ ਕਿਹਾ, ਸਕੂਲੋਂ ਮਾਸਟਰ ਮੇਰੇ ਸਕੂਲ ਦੇ ਇੱਥੇ ਹਿੰਦੀ ਮਾਸਟਰ ਸੀਗੇ ਸੁਰੇਸ਼ ਕੁਮਾਰ, ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਸਰ ਇੱਕ ਟਰਾਈ ਲੈਣੀ ਚਾਹੀਦੀ ਹੈ। ਮੈਂ ਕਿਹਾ ਚਲੋ, ਉਹਨਾਂ ਨੇ ਵੀ ਫਾਰਮ ਭਰਿਆ, ਮੈਂ ਵੀ ਫਾਰਮ ਭਰ ਦਿੱਤਾ।
ਤੇ ਪੇਪਰ ਦਾ ਦਿਨ ਆਇਆ ਤੇ ਤਿਆਰੀ ਕੀਤੀ ਨੋ ਡਾਊਟ। ਮੈਂ ਐਵੇਂ ਕਹਾਂ ਕਿ PPSC ਇੰਨੀ ਆਪਣੇ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਹੈ, ਇੰਨੀ ਪ੍ਰੈਸਟੀਜੀਅਸ ਭਰਤੀ ਸ਼ਾਖਾ, ਵੀ ਮੈਂ ਕਹਾਂ ਕਿ ਉੱਥੇ ਮੂੰਹ ਚੁੱਕ ਕੇ ਚਲੇ ਜਾਓ ਔਰ ਤੁਸੀਂ ਸਕਸੈਸਫੁਲ ਹੋ ਜਾਓਗੇ, ਨੈਵਰ ਨੈਵਰ, ਇਹ ਕਦੀ ਨਹੀਂ ਹੋ ਸਕਦਾ। ਇਹਦੇ ਲਈ ਤਿਆਰੀ ਜ਼ਰੂਰੀ ਹੈ। ਜੇ ਤੁਸੀਂ ਉੱਥੇ ਜਾਣਾ, ਉਹ ਗੇਟ ਲੰਘਣਾ, ਤਾਂ ਤੁਹਾਡੇ ਵਾਸਤੇ ਤਿਆਰੀ ਜ਼ਰੂਰੀ ਹੈ। ਤਿਆਰੀ ਕੀਤੀ, ਨੋ ਡਾਊਟ ਤਿਆਰੀ ਕੀਤੀ, ਜਿੰਨੀ ਵੀ ਕਰ ਸਕਦਾ ਸੀ। ਸਿਲੇਬਸ ਨੂੰ ਇੱਕ ਵਧੀਆ ਤਰੀਕੇ ਨਾਲ ਮੈਨੇਜ ਕਰਕੇ, ਜਿਸ ਤਰ੍ਹਾਂ ਵੀ ਮੈਂ ਕਰ ਸਕਦਾ, ਤਿਆਰੀ ਕੀਤੀ। ਤਿਆਰੀ ਕਰਕੇ ਜਿੱਦਣ ਪੇਪਰ ਦਾ ਦਿਨ ਆਇਆ ਤਾਂ ਉਦੋਂ ਫਿਰ ਮਨ ਵਿਚਲਿਤ ਹੋ ਗਿਆ ਵੀ ਛੱਡ ਪਰਾਂ ਯਾਰ, ਨਹੀਂ ਜਾਣਾ। ਡਿਊ ਟੂ ਉਹਦੇ ਵਿੱਚ ਕੁਛ ਸੀਗੀਆਂ ਵੀ ਹਾਂ ਵੀ ਪੇ ਫਿਕਸੇਸ਼ਨ ਹੋਏਗੀ ਨਹੀਂ ਹੋਏਗੀ, ਕਿਉਂਕਿ ਸਾਡੀ ਨੌਕਰੀ 7 ਸਾਲ ਬਚਦੀ ਸੀ, ਸਾਨੂੰ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਕਈ ਚੀਜ਼ਾਂ ਸੋਚਣੀਆਂ ਪੈਂਦੀਆਂ ਸੀ। ਅਤੇ ਫਿਰ ਜਿੱਦਾਂ ਮੇਰੇ ਚੰਗੇ ਸਾਥੀ, ਜੇ ਤੁਸੀਂ ਕਿਸੇ ਨਾਲ ਚੰਗਾ ਕਰਦੇ ਹੋ, ਚੰਗੀ ਰਾਏ ਦਿੰਦੇ ਹੋ, ਨੈਚੁਰਲੀ ਤੁਹਾਨੂੰ ਉਹ ਓਬਵੀਅਸ ਵਾਪਸ ਵੀ ਚੰਗੀ ਰਾਏ ਆਏਗੀ। ਉਹ ਮੇਰੇ ਸਾਥੀਆਂ ਨੇ ਮੈਨੂੰ ਕਿਹਾ ਵੀ ਸਰ ਤੁਸੀਂ ਪੇਪਰ ਤਾਂ ਦਿਓ, ਜਾਣਾ ਨਹੀਂ ਜਾਣਾ ਅਗਲੀ ਗੱਲ ਹੈ, ਪੇਪਰ ਦੇਖ ਕੇ ਅਸੀਂ ਦੇਖੀਏ ਤਾਂ ਸਹੀ ਵੀ ਅਸੀਂ ਕਿੰਨੇ ਪਾਣੀ ਵਿੱਚ ਹੈ, ਜਾਂ ਸਾਡੇ 'ਚ ਕਿੰਨਾ ਕੁ ਮਾਦਾ ਹੈ, ਕਿੰਨਾ ਕੁ। ਚਲੋ ਠੀਕ ਹੈ। ਮੇਰੇ ਇੱਕ ਸਾਥੀ ਹੈ ਨਾਲ, ਹੁਣ ਉਹ ਪ੍ਰਿੰਸੀਪਲ ਹੈ ਝਿੰਗੜ ਕਲਾਂ, ਆਕਾਸ਼ਦੀਪ ਸਿੰਘ, ਉਹਨਾਂ ਨੇ ਵੀ ਕਿਹਾ ਵੀ ਪਵਨ ਚੱਲਦੇ ਹਾਂ। ਅਤੇ ਅਸੀਂ ਨਿਕਲ ਪਏ ਪੇਪਰ ਦੇਣ। ਪਟਿਆਲਾ ਪੇਪਰ ਹੋਇਆ, ਭੁੱਲ ਗਏ ਪੇਪਰ ਦੇ ਕੇ ਆਏ, ਭੁੱਲ ਗਏ ਵੀ ਪੇਪਰ ਦੇ ਕੇ ਆਏ। ਅੱਛਾ, ਰਿਜ਼ਲਟ ਜਿਸ ਦਿਨ ਆਇਆ ਉਸ ਦਿਨ ਰਿਜ਼ਲਟ ਮੈਨੂੰ ਨਹੀਂ ਪਤਾ ਸੀ। ਮੇਰਾ ਜਿਹੜਾ ਹਿੰਦੀ ਮਾਸਟਰ ਜਿਹਦਾ ਮੈਂ ਪਹਿਲੇ ਜ਼ਿਕਰ ਕੀਤਾ, ਸੁਰੇਸ਼ ਕੁਮਾਰ, ਉਹਨੇ ਮੈਨੂੰ ਫੋਨ ਕੀਤਾ ਸ਼ਾਮੀ ਘਰ, ਯਾਰ ਪਵਨ ਇੱਦਾਂ ਵੀ ਮੇਰਾ ਤਾਂ ਰਹਿ ਗਿਆ ਲੇਕਿਨ ਤੂੰ ਥਰੂ ਹੋ ਗਿਆ, ਵੀ ਤੇਰਾ ਇੰਟਰਵਿਊ ਹੈ ਫਲਾਂ ਤਰੀਕ ਨੂੰ। ਮੈਂ ਕਿਹਾ ਯਾਰ ਛੱਡ ਪਰਾਂ, ਨਹੀਂ। ਕਹਿੰਦਾ ਨਹੀਂ ਭਾਜੀ ਵੀ ਇੰਟਰਵਿਊ ਵੀ ਦੇਣੀ ਹੈ। ਉਹ ਬਸ ਜਿੱਦਾਂ ਕਹੋ ਵੀ ਧੱਕੇ ਨਾਲ ਕਹਿ ਲਓ ਜਾਂ ਅੱਧ ਪੱਕੇ ਮਨ ਨਾਲ ਕਹਿ ਲਓ ਵੀ ਅੱਗੇ ਚੱਲ। ਇੰਟਰਵਿਊ ਦੀ ਤਿਆਰੀ ਹੋਰ ਫਿਰ ਡਟ ਕੇ ਕੀਤੀ। ਜਗ੍ਹਾ ਜਗ੍ਹਾ ਤੋਂ YouTube 'ਤੇ ਮਟੀਰੀਅਲ ਲੱਭਿਆ, ਮਤਲਬ ਈਵਨ IAS PCS ਲੈਵਲ ਦੀਆਂ ਜਿਹੜੀਆਂ ਡੈਮੋ ਇੰਟਰਵਿਊਜ਼ ਹੈ YouTube 'ਤੇ, ਉਹਨਾਂ ਨੂੰ ਦੇਖਿਆ, ਉਹਨਾਂ ਨੂੰ ਵਾਚਿਆ, ਉਹਨਾਂ ਵਿੱਚ ਗੱਲ ਕਰਨ ਦਾ ਤਰੀਕਾ ਦੇਖਿਆ, ਉਹਨਾਂ ਦਾ ਮਤਲਬ ਉਹਨਾਂ ਦਾ ਕੌਨਫੀਡੈਂਸ ਲੈਵਲ ਦੇਖਿਆ। ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਫਿਰ ਇੰਟਰਵਿਊ ਫੇਸ ਕੀਤੀ ਔਰ ਨੋ ਡਾਊਟ ਮੇਰੇ ਇੰਟਰਵਿਊ ਵਿੱਚ 75% ਮਾਰਕਸ ਲੱਗੇ, ਜੋ ਕਿ ਬਹੁਤ ਵਧੀਆ ਮਾਰਕਸ ਹੈ। ਅਤੇ ਉਹੀ ਐਕਸਪੀਰੀਅੰਸ ਮੈਂ ਆਪਣੇ ਜਿਹੜੇ ਬਾਕੀ ਸਾਥੀ ਹੈ, ਜਿਨ੍ਹਾਂ ਨੇ ਅੱਗੇ ਹੈਡਮਾਸਟਰ ਦਾ ਇੰਟਰਵਿਊ ਦੇਣਾ ਸੀ ਜਾਂ ਜਿਨ੍ਹਾਂ ਦੀ ਮੇਰੇ ਤੋਂ ਬਾਅਦ ਟਰਨ ਸੀਗੀ, ਮੈਂ ਉਹਨਾਂ ਨੂੰ ਇਹੀ ਦੱਸਿਆ ਵੀ ਜਿਹਨੇ ਮੇਰੇ ਕੋਲ ਰਾਏ ਪੁੱਛੀ, ਮੈਂ ਉਹਨੂੰ ਕਿਹਾ ਵੀ ਦੇਖੋ ਜਿਹੜੇ ਇੰਟਰਵਿਊ ਲੈ ਰਹੇ ਹੈ ਉਹਨਾਂ ਨੂੰ ਪਤਾ ਵੀ ਤੁਸੀਂ ਫੰਬਲ ਵੀ ਕਰਦੇ ਹੋ, ਤੁਸੀਂ ਘਬਰਾਏ ਵੀ ਹੋ, ਲੇਕਿਨ ਡਰਨਾ ਨਹੀਂ ਹੈ। ਹਮੇਸ਼ਾ ਜ਼ਿੰਦਗੀ ਵਿੱਚ ਇੱਕ ਯਾਦ ਰੱਖੋ, ਹੋ ਸਕੇ ਜਿੱਥੋਂ ਤਾਈਂ ਜਿਹਦਾ ਵੀ ਹੈ ਭਲਾ ਕਰੋ, ਜਿੱਥੋਂ ਤੱਕ ਉਹਨੂੰ ਇੱਕ ਸਹੀ ਦਿਸ਼ਾ ਵਿੱਚ ਗਾਈਡ ਕਰੋ, ਝੂਠਾ ਕਿਸੇ ਨੂੰ ਗਾਈਡ ਨਾ ਕਰੋ, ਮਤਲਬ ਗਲਤ ਕੁਛ ਨਾ ਦੱਸੋ, ਜੋ ਹੈ ਸਹੀ ਦੱਸੋ ਵੀ ਆਹ ਚੀਜ਼ ਹੁੰਦੀ ਹੈ ਉੱਥੇ, ਆਹ ਚੀਜ਼ ਤੁਹਾਡੇ ਫੇਵਰ ਵਿੱਚ ਹੈ, ਇਹ ਚੀਜ਼ ਨਹੀਂ ਫੇਵਰ ਵਿੱਚ ਹੈ। ਸੋ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਲੈ ਕੇ ਚੱਲੇ ਆ। ਅਤੇ ਇੰਟਰਵਿਊ ਤੋਂ ਬਾਅਦ ਰਿਜ਼ਲਟ ਆਇਆ, ਮੇਰੀ ਸਿਲੈਕਸ਼ਨ ਹੋ ਗਈ। ਅਤੇ ਸਿਲੈਕਸ਼ਨ ਵਿੱਚ ਮਾਨਯੋਗ ਸਾਡੇ ਐਜੂਕੇਸ਼ਨ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਨੇ ਉੱਥੇ ਸਾਨੂੰ ਆਰਡਰਸ ਦਿੱਤੇ, ਅਤੇ ਮੇਰੀ ਫਸਟ ਪੋਸਟਿੰਗ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਮਾਲਕੇ, ਡਿਸਟ੍ਰਿਕਟ ਮੋਗਾ ਵਿਖੇ ਹੋਈ। ਅਤੇ ਨੋ ਡਾਊਟ ਉਹ ਸਕੂਲ ਬਹੁਤ ਵਧੀਆ ਸੀ, ਸਟਾਫ ਘੱਟ ਸੀ ਲੇਕਿਨ ਮਿਹਨਤੀ ਸੀ, ਯੰਗ ਸਟਾਫ ਸੀਗਾ, ਬੜੀ ਐਨਰਜੀ ਵਾਲਾ ਸਟਾਫ ਸੀ। ਉੱਥੇ ਜਿਹੜਾ ਮੇਰਾ ਸੈਕਿੰਡ ਇੰਚਾਰਜ ਸੀਗਾ ਉਹ 60 ਭਰਤੀ ਦਾ ਸੀਗਾ, ਜਾਣੀ ਕਿ ਹਾਰਡਲੀ 3-4 ਸਾਲ ਨੌਕਰੀ ਵਾਲਾ ਸੀਗਾ ਮੁੰਡਾ, ਲੇਕਿਨ ਬੜਾ ਐਨਰਜੈਟਿਕ। ਲਖਵਿੰਦਰ ਸਿੰਘ ਉਹਨਾਂ ਦਾ ਨਾਂ ਹੈ, ਮੈਥ ਮਾਸਟਰ, ਬੜਾ ਐਨਰਜੈਟਿਕ। ਉਹਨਾਂ ਦੇ ਨਾਲ ਜਿਹੜੀ ਟੀਮ ਉਹ ਬੜੀ ਐਨਰਜੈਟਿਕ, ਜਾਣੀ ਕਿ ਜੇ ਉਹ ਸੈਕਿੰਡ ਇੰਚਾਰਜ 4 ਸਾਲ ਨੌਕਰੀ ਵਾਲਾ ਅਤੇ ਬਾਕੀ ਟੀਮ ਜਿਹੜੀ ਉਹਨਾਂ ਤੋਂ ਥੱਲੇ ਹੈ, ਤੁਸੀਂ ਆਪੇ ਹਿਸਾਬ ਲਗਾ ਸਕਦੇ ਹੋ ਕਿ ਉਹ ਕਿੰਨੇ ਸਾਲ ਨੌਕਰੀ ਵਾਲੇ ਹੋਏਗੇ। ਜਾਣੀ ਕਈਆਂ ਦਾ 6-7 ਬੱਚਿਆਂ ਦਾ ਤਾਂ ਪ੍ਰੋਬੇਸ਼ਨ ਹੀ ਇਹ 1 ਮਾਰਚ 2020 ਵਿੱਚ ਕਲੀਅਰ ਹੋਇਆ, ਲੇਕਿਨ ਵਧੀਆ। ਹਾਂ, ਬਸ ਉਹਨਾਂ ਨੂੰ ਇੱਕ ਲੀਡਰ ਦੀ ਲੋੜ ਸੀ, ਉਹ ਜਾ ਕੇ ਜਿੱਥੋਂ ਤੱਕ ਹੋ ਸਕਿਆ ਉਹਨਾਂ ਨੂੰ ਨਾਲ ਲੈ ਕੇ, ਇਕੱਠੇ ਕਰਕੇ ਉਹਨਾਂ ਨੂੰ ਇੱਕ ਟੀਮ ਬਣਾ ਕੇ ਕੰਮ ਕੀਤਾ। ਅਤੇ ਉਹਦਾ ਇਹ ਨਤੀਜਾ ਨਿਕਲਿਆ ਕਿ ਉਹ ਸਕੂਲ ਦਾ +1 8ਵੀਂ 10ਵੀਂ ਔਰ 12ਵੀਂ ਦਾ ਰਿਜ਼ਲਟ 100% ਰਿਹਾ। ਅਤੇ ਹੁਣ ਵੀ ਜਿਹੜੇ 400 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਫੰਕਸ਼ਨ ਹੋ ਰਿਹਾ ਹੈ, ਉਹਦੇ ਵਿੱਚ ਉਹ ਸਕੂਲ ਸ਼ਬਦ ਗਾਇਨ ਜਾਂ ਗੀਤ ਕੰਪੀਟੀਸ਼ਨ ਵਿੱਚ ਡਿਸਟ੍ਰਿਕਟ ਵਿੱਚ ਪਹਿਲੇ ਦੂਸਰੇ ਨੰਬਰ 'ਤੇ ਮੱਲਾ ਮਾਰ ਰਿਹਾ। ਮੈਂ 16 ਅਪ੍ਰੈਲ 2020 ਨੂੰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰ ਧਨੋਆ ਵਿਖੇ ਜੁਆਇਨ ਕੀਤਾ।
ਤੇ ਇੱਥੇ ਵੀ ਜਿਹੜਾ ਮੇਰਾ ਸਟਾਫ ਹੈ ਮੇਰੀ ਸੋਚ ਤੋਂ ਵੱਧ ਕੋਆਪਰੇਟਿਵ, ਮੇਰੀ ਸੋਚ ਤੋਂ ਵੱਧ ਐਨਰਜੈਟਿਕ, ਕਿ ਹਰ ਇੱਕ ਜ਼ਿੰਮੇਵਾਰੀ ਨੂੰ ਸਮਝ ਕੇ ਕਰਨ ਵਾਲਾ ਕੰਮ। ਡਿਪਾਰਟਮੈਂਟ ਨੇ ਹਾਲ ਹੀ ਦੇ ਵਿੱਚ 5 ਪ੍ਰੋਜੈਕਟਰ ਸਾਰੇ ਸਕੂਲਾਂ, ਸੀਨੀਅਰ ਸੈਕੰਡਰੀ ਸਕੂਲਾਂ ਨੂੰ ਦਿੱਤੇ ਹੈ। ਮੇਰੇ ਸਕੂਲ ਨੂੰ ਵੀ ਅਲਾਟ ਹੋਏ। ਤੇ ਇੱਥੇ ਮੈਂ ਮੈਂਸ਼ਨ ਕਰਨਾ ਚਾਹਾਂਗਾ ਕਿ ਮੇਰੇ ਇੱਕ ਮੈਥ ਮਾਸਟਰ ਨੇ ਸਰਦਾਰ ਇੰਦਰਜੀਤ ਸਿੰਘ, ਉਹਨਾਂ ਦੀ ਰਿਸਪੌਂਸਿਬਿਲਿਟੀ ਮੈਂ ਲਗਾਈ ਕਿ ਮੈਂ ਕਿਹਾ ਜੀ ਇੰਦਰਜੀਤ, ਉਹ ਥੋੜ੍ਹਾ ਜਿਹਾ IT ਦੇ ਨਾਲ ਜ਼ਿਆਦਾ ਕਨੈਕਟਡ ਬੰਦੇ ਨੇ। ਮੈਂ ਕਿਹਾ ਵੀ ਤੁਸੀਂ ਇਹ 5 ਕਮਰੇ ਤਿਆਰ ਕਰਨੇ ਜਿੱਦਾਂ ਡਿਪਾਰਟਮੈਂਟ ਦੀਆਂ ਗਾਈਡਲਾਈਨਸ ਨੇ। ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਕੰਮ ਸ਼ੁਰੂ ਕਰਕੇ ਉਹਨਾਂ ਨੇ ਮੈਨੂੰ ਕਹਿੰਦੇ ਵੀ ਸਰ, ਸਾਰਿਆਂ ਨਾਲ ਪਹਿਲੇ ਮੈਂ ਇੱਕ ਕਮਰਾ ਤਿਆਰ ਕਰਾਂਗਾ ਤੇ ਤੁਸੀਂ ਉਹ ਪਸੰਦ ਕਰਿਓ ਕਮਰਾ, ਵੀ ਜੇ ਤੁਹਾਨੂੰ ਚੰਗਾ ਲੱਗੇਗਾ ਤੇ ਫਿਰ ਉਸ ਦੇ ਪੈਟਰਨ ਤੇ ਅਸੀਂ ਦੂਸਰੇ ਕਮਰੇ ਤਿਆਰ। ਤੁਹਾਡੇ ਸਕੂਲ ਦੀ ਜੋ ਖਿੱਚ ਹੈ, ਖਿੱਚ ਦਾ ਕੇਂਦਰ ਹੈ ਹਾਂਜੀ ਸਰ, ਉਹ ਹੈ ਇਹ ਫੋਟੋ ਗੁਰੂ ਨਾਨਕ ਦੇਵ ਜੀ ਦੀ। ਹਾਂਜੀ। ਤਾਂ ਸਰ ਸਾਨੂੰ ਤੁਸੀਂ ਪਲੀਜ਼ ਇਹਦੇ ਬਾਰੇ ਜ਼ਰੂਰ ਦੱਸੋ। ਮੈਮ, ਇਹ ਜਿਹੜਾ ਬਲੌਗ ਬਣਾਇਆ ਇਹ ਇੰਗਲੈਂਡ ਤੋਂ ਹੈ ਫੈਮਿਲੀ, ਜਿਨ੍ਹਾਂ ਨੇ ਸ਼ੁਰੂ 'ਚ ਬਲੌਗ ਬਣਾਇਆ ਸੀ ਤੇ ਉਹਨਾਂ ਨੇ ਆਪਣੇ ਜਿਹੜੇ ਬਜ਼ੁਰਗਾਂ ਦੇ ਨਾਂ 'ਤੇ, ਜਿਹੜਾ BPJM ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਨਾਂ 'ਤੇ ਹੀ ਪਿਆ ਸੀ। ਤੇ ਇਹ ਉਸ ਵੇਲੇ ਰਾਊਂਡ ਰੱਖਿਆ ਗਿਆ ਸੀ। ਇਹ ਸੋਚ ਕੇ ਨਹੀਂ ਰੱਖਿਆ ਗਿਆ ਸੀ ਕਿ ਇੱਥੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗਣੀ ਹੈ, ਲੇਕਿਨ ਸਾਡੇ ਸਕੂਲ ਦੇ ਇੱਕ ਮਾਸਟਰ ਨੇ ਮਨਜਿੰਦਰਜੀਤ ਸਿੰਘ, ਜਿਨ੍ਹਾਂ ਨੇ ਮੇਰੇ 'ਚ ਨਵਾਂ ਤੁਸੀਂ ਦੇਖੋਗੇ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ, ਉਹ 'ਚ ਬਹੁਤ ਮਦਦ ਕੀਤੀ ਉਹਨਾਂ ਨੇ। ਤੇ ਉਹਨਾਂ ਦੇ ਨਾਲ ਇੱਕ ਇਸ ਸਕੂਲ ਦੇ ਕਲਰਕ ਨੇ ਸਰਬਜੀਤ ਸਿੰਘ, ਤੇ ਉਹਨਾਂ ਨੇ ਮਤਲਬ ਇਹ ਗੁਰੂ ਨਾਨਕ ਦੇਵ ਜੀ ਦੀ ਫੋਟੋ ਸਪੈਸ਼ਲੀ ਇਹ ਟਾਇਲਸ ਦੇ ਨਾਲ ਬਣੀ ਦੀ ਹੈ। ਸਿੰਗਲ ਫੋਟੋ ਹੈ, ਲੇਕਿਨ ਇਹ ਪੀਸਿਸ ਹੈ ਟਾਇਲ ਦੇ। ਇਹ ਸਪੈਸ਼ਲੀ ਉਹਨਾਂ ਨੇ ਬਣਵਾਈ ਤੇ 550 ਸਾਲਾ ਜੋ ਗੁਰੂ ਜੀ ਦਾ ਪਿੱਛੇ ਹੋਇਆ ਹੈ, ਉਹਦੇ ਉਪਲਕਸ਼ ਵਿੱਚ ਇਹ ਸਕੂਲ ਨੂੰ ਉਹਨਾਂ ਨੇ ਦਿੱਤੀ। ਤੇ ਹੁਣ ਆ ਕੇ ਇਸ ਨੂੰ ਮੈਂ ਬੜੇ ਪ੍ਰਾਊਡ ਨਾਲ ਕਹਿ ਸਕਦਾ ਕਿ ਹੁਣ ਮੈਂ ਇਹਨੂੰ ਲਵਾਇਆ ਤੇ ਇਹਦੇ ਆਲੇ ਦੁਆਲੇ ਜੋ ਵੀ ਲਿਖਿਆ ਗਿਆ ਹੈ ਇਹ ਬਸ ਕਰੰਟ ਸੋਚ ਹੈ, ਇਹਦੇ ਵਿੱਚ ਪ੍ਰੀ ਪਲਾਨਡ ਕੁਝ ਨਹੀਂ ਸੀਗਾ। ਸਕੂਲ ਬਹੁਤ ਥਾਵਾਂ ਤੇ ਕੰਸਟਰਕਸ਼ਨ ਚੱਲ ਰਹੀ ਹੈ। ਹਾਂਜੀ ਤੇ ਸਰ ਇਹ ਆਈ ਥਿੰਕ ਇੱਕ ਵਾਟਰ ਪੁਆਇੰਟ ਆ। ਵਾਟਰ ਪੁਆਇੰਟ ਹੈ ਮੈਮ। ਸਰ ਪਲੀਜ਼ ਇਹਦੇ ਬਾਰੇ ਵੀ ਦੱਸੋ। ਮੈਮ, ਜਦੋਂ ਮੈਂ ਇੱਥੇ ਜੁਆਇਨ ਕੀਤਾ ਤੇ ਮੈਂ ਇੱਕ ਰਾਊਂਡ ਲਿਆ ਪੂਰੇ ਸਕੂਲ ਦਾ ਤੇ ਮੈਂ ਦੇਖਿਆ ਵੀ ਜਿਹੜਾ ਜਿੱਥੇ ਕੰਮ ਕਰਨ ਦੀ ਸਕੂਲ ਬਹੁਤ ਵਧੀਆ ਬਣਿਆ, ਨੋ ਡਾਊਟ। ਤੇ ਮੈਂ ਟੀਚਰਾਂ ਦੀ ਫਸਟ ਮੀਟਿੰਗ ਵਿੱਚ ਇਹੀ ਕਿਹਾ ਸੀ ਕਿ ਸਾਰੇ ਟੀਚਰ ਮੈਨੂੰ ਇੱਕ ਪੁਆਇੰਟ ਦਿਓ, ਸਕੂਲ ਵਿੱਚ ਕਰਨਾ ਕੀ ਚਾਹੀਦਾ। ਤੁਹਾਡਾ ਸਕੂਲ ਬਹੁਤ ਵਧੀਆ, ਮੈਂ ਕਿਹਾ ਵੀ ਇਹਦੇ ਵਿੱਚ ਮੈਂ ਕੀ ਕਰ ਸਕਦਾ ਆ ਕੇ। ਮੈਨੂੰ ਇੱਕ ਪੁਆਇੰਟ ਸਾਰੇ ਟੀਚਰਾਂ ਨੇ ਦਿੱਤਾ। ਕਿਸੇ ਨੇ ਕਿਹਾ ਵੀ ਇਹ ਕਰੋ, ਕਿਸੇ ਨੇ ਕਿਹਾ ਸ਼ੀਸ਼ੇ ਟੁੱਟੇ ਦੇ ਸ਼ੀਸ਼ੇ ਲਵਾਉਣੇ ਹੈ, ਬਿਲਡਿੰਗ ਦਾ ਕੰਮ ਹੈ ਜਾਂ ਦਰਵਾਜ਼ਾ ਖਰਾਬ ਹੈ, ਉਹ ਸਾਰੇ। ਫਿਰ ਮੇਰੇ ਕੰਮ ਵਿੱਚ ਦਿਮਾਗ ਵਿੱਚ ਸੀਗਾ ਵੀ ਇਸ ਸਕੂਲ 'ਚ ਇੱਕ ਜਿਹੜੀ ਸਭ ਤੋਂ ਜਿਹੜੀ ਘਾਟ ਹੈ, ਉਹ ਬੱਚੇ ਜਿਹੜੇ ਟਾਇਲਟ ਸਾਈਡ 'ਤੇ ਟੂਟੀਆਂ ਉਹਦੇ 'ਤੇ ਪਾਣੀ ਪੀਂਦੇ ਸੀ। ਤੇ ਮੈਂ ਕਿਹਾ ਇੱਕ ਪ੍ਰੋਪਰ ਜਿਹੜਾ ਮਤਲਬ ਜਿੱਥੇ ਸਾਫ਼ ਪਾਣੀ ਬੱਚਿਆਂ ਨੂੰ ਮੁਹੱਈਆ ਕਰਾਇਆ ਜਾ ਸਕੇ, ਉਹ ਇੱਕ ਵਾਟਰ ਪੁਆਇੰਟ ਸਾਰੇ ਟੀਚਰ ਇੱਥੇ। ਫਿਰ ਮੈਂ ਮੈਂਸ਼ਨ ਕਰਾਂਗਾ ਕਿ ਮੇਰੇ ਟੀਚਰਸ ਨੇ ਮੈਨੂੰ ਇਹ ਸਾਰਾ ਸਮਾਨ, ਜਿਹਦੀ ਕਾਸਟ ਤਕਰੀਬਨ 1.5 ਲੱਖ ਰੁਪਈਆ ਬਣਦੀ ਹੈ, ਇਹ ਸਾਰਾ ਸਮਾਨ ਮੇਰੇ ਟੀਚਰਸ ਨੇ ਮੁਹੱਈਆ ਕਰਵਾਇਆ। ਟਾਇਲਸ ਮੈਨੂੰ ਇੱਥੇ ਮੇਰੇ ਇੱਕ ਦੋਸਤ ਨੇ ਉੱਥੇ ਉਹਨਾਂ ਨੇ ਡੋਨੇਟ ਕੀਤੀ ਤੇ ਇਹ ਸਾਰਾ ਕੁਝ ਟੀਚਰ ਦੇ ਸਹਿਯੋਗ ਦੇ ਨਾਲ ਇਸ ਕੰਮ ਨੂੰ ਅਸੀਂ ਨੇਪਰੇ ਚਾੜਿਆ। ਤੇ ਮੇਰੇ ਟੀਚਰ ਵਾਕਈ ਬਹੁਤ ਸਕੂਲ ਲਈ ਪੇਨ ਲੈਂਦੇ ਆ। ਸੋ ਹੈਟਸ ਆਫ ਤੁਹਾਡੀ ਟੀਮ ਨੂੰ, ਮਤਲਬ ਸੱਚੀ ਮੁੱਚੀ ਕਹਿੰਦੇ ਆ ਕਿ ਵੇਅਰ देयर इज ਯੂਨਿਟੀ देयर इज ਵਿਕਟਰੀ। तो ਸਰ ਦਿਖ ਰਿਹਾ ਹੈ ਸਰ ਉਹ ਇੱਥੇ। ਹਾਂਜੀ ਹਾਂਜੀ। ਇਹ ਮੈਡਮ ਇੱਥੇ ਸਾਰਾ ਅੰਦਰ ਵਾਟਰ ਕੂਲਰ ਮੇਰੇ ਇੱਕ ਟੀਚਰ ਦੇ ਫਾਦਰ ਹੈ। ਦੇਖੋ ਮੇਰੇ ਟੀਚਰ ਮੈਡਮ ਰਚਨਾ, ਉਹਨਾਂ ਦੇ ਫਾਦਰ ਹੈ ਸ਼੍ਰੀ ਇੰਦਰਜੀਤ ਸਿੰਘ। ਉਹਨਾਂ ਨੇ ਆਪਣੇ ਫਾਦਰ ਨੂੰ ਕਿਹਾ ਵੀ ਪਾਪਾ ਤੁਸੀਂ ਅੰਦਰ ਇੱਕ ਵਾਟਰ ਕੂਲਰ ਲਵਾ ਕੇ ਦਿਓ ਤੇ ਨਾਲ RO ਸਿਸਟਮ ਲਗਾ ਕੇ ਦਿਓ, ਤੇ ਉਹ ਐਗਰੀ ਕਰ ਗਏ। ਜਿੱਦਾਂ ਤੁਸੀਂ ਦੇਖ ਰਹੇ ਹੋ ਇਹ ਕੰਸਟਰਕਸ਼ਨ ਵਰਕ ਚੱਲਦਾ ਪਿਆ, ਤੇ ਜਿਵੇਂ ਇਹ ਖਤਮ ਹੁੰਦਾ ਇਹਦੇ ਅੰਦਰ ਅਸੀਂ ਬੱਚਿਆਂ ਦੀ ਵੀ ਉਡੀਕ ਕਰ ਰਹੇ ਹਾਂ ਤੇ ਇਹਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ, ਜਦ ਤੱਕ ਬੱਚੇ ਸਾਡੇ ਆਣੇ ਆ ਤਦ ਤੱਕ ਇਹਨੂੰ ਹੋਰ ਵਧੀਆ ਤਰੀਕੇ ਨਾਲ ਉਹਨਾਂ ਨੂੰ ਪ੍ਰੈਜ਼ੈਂਟ ਕਰਾਂਗੇ। ਕਿਸੇ ਘਰ ਦੇ ਭੰਗ ਉਹਦੇ ਡਿਊਟੀ ਤੋਂ ਹੀ ਪਛਾਣੇ ਜਾਂਦੇ ਆ। ਹਾਂਜੀ। ਜੋ ਤੁਹਾਡੇ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਤੁਹਾਡੇ ਉੱਥੇ ਫੋਟੋ ਹੈ, ਜਿਹਨੂੰ ਤੁਸੀਂ ਕਹਿੰਦੇ ਆ ਟਾਈਲਸ ਦੇ ਉਹਨਾਂ ਨੇ ਰੂਪ ਦੇ ਵਿੱਚ ਲਵਾਇਆ ਤੁਹਾਡੇ ਟੀਚਰਸ ਨੇ। ਹਾਂਜੀ ਹਾਂਜੀ। ਤੁਹਾਡੀ ਗੱਲਾਂ ਸੁਣੀਆਂ, ਤੁਹਾਡੇ ਸਕੂਲ ਦੇ ਟੀਚਰਸ ਨੂੰ ਮਿਲੇ, ਤੁਹਾਡੇ ਸਕੂਲ ਦੀ ਟੀਮ ਨੂੰ ਮਿਲੇ, ਤਾਂ ਸਰ ਬਹੁਤ ਪੋਜ਼ਿਟਿਵ ਇਨਵਾਇਰਨਮੈਂਟ ਹੈ ਤੁਹਾਡੇ ਵਾਲੇ ਪਾਸੇ। ਤੁਹਾਡੇ ਸਕੂਲ ਦੇ ਵਿੱਚ ਬਹੁਤ ਬਹੁਤ ਪੋਜ਼ਿਟਿਵ ਇਨਵਾਇਰਨਮੈਂਟ ਹੈ। ਤੁਸੀਂ
ਖੁਦ ਕ੍ਰੈਡਿਟ ਨਹੀਂ ਲੈਂਦੇ ਵੇ, ਤੁਸੀਂ ਉਹ ਸਾਰਾ ਕ੍ਰੈਡਿਟ ਆਪਣੀ ਟੀਮ ਨੂੰ, ਆਪਣੇ ਟੀਚਰਸ ਨੂੰ ਦੇ ਰਹੇ। ਚਾਹੇ ਤੁਸੀਂ ਸੰਗੋ ਕਤਰਾਲਾ ਪੜ੍ਹਾ ਕੇ ਆਏ ਹੈ, ਚਾਹੇ ਤੁਸੀਂ ਹੁਣ ਹਿੰਮਤਪੁਰ ਧਨੋਆ ਵਿੱਚ ਐਜ਼ ਅ ਪ੍ਰਿੰਸੀਪਲ ਕੰਮ ਕਰ ਰਹੇ हाँ हैं। कमाल के भी टीम मेरी कमाल के वाकई रियली कमाल के है ਸਰ ਹਾਂਜੀ, ਮਤਲਬ ਤੁਸੀਂ ਸਰ ਹੈਟਸ ਆਫ ਟੂ ਯੂ, ਫਸਟ ਆਫ ਆਲ ਹੈਟਸ ਆਫ ਟੂ ਯੂ, ਇੱਕ ਲੀਡਰ ਨੂੰ ਜੋ ਸੱਚੀ ਮੁੱਚੀ ਲੀਡ ਕਰ ਰਿਹਾ ਹੈ ਤੇ ਜੋ ਇਹ ਪੂਰਾ ਕ੍ਰੈਡਿਟ ਆਪਣੇ ਆਪ ਨੂੰ ਤਾਂ ਦੇ ਹੀ ਨਹੀਂ ਰਿਹਾ ਫਿਲਹਾਲ, ਕਿਹਨੂੰ ਦੇ ਰਿਹਾ? ਆਪਣੀ ਟੀਮ ਨੂੰ ਦੇ ਰਿਹਾ। ਸਰ ਰੀਅਲੀ ਹੈਟਸ ਆਫ ਟੂ ਯੂ ਸਰ। ਹੁਣ ਮੈਂ ਤੁਹਾਨੂੰ ਐਂਡ ਦੇ ਵਿੱਚ ਇੱਕ ਗੱਲ ਪੁੱਛਣਾ ਚਾਹਾਂਗੇ ਸਰ, ਜਿਹੜੇ ਤੁਸੀਂ 2019 ਵਿੱਚ PPSC ਦੇ ਦੌਰਾਨ ਤੁਸੀਂ 154 ਬੰਦੇ ਤੁਸੀਂ ਐਜ਼ ਅ ਪ੍ਰਿੰਸੀਪਲ ਤੁਸੀਂ ਜੁਆਇਨ ਕੀਤਾ ਸਰ, ਉਹਨਾਂ ਦੇ ਵਿੱਚੋਂ ਤੁਸੀਂ ਸੀਨੀਅਰ ਮੋਸਟ ਟੀਚਰਸ ਮਤਲਬ ਪ੍ਰਿੰਸੀਪਲਸ ਦੇ ਵਿੱਚੋਂ ਆ ਰਹੇ ਹੈ ਸਰ। ਤੁਸੀਂ ਬਾਕੀ ਜਿਹੜੇ ਪ੍ਰਿੰਸੀਪਲਸ ਹੈ ਜਾਂ ਹੈਡਸ ਹੈ ਸਰ, ਜਾਂ ਹੋਰ ਮਾਸਟਰ ਕੇਡਰ ਜਾਂ ਹੋਰ ਟੀਚਰਸ ਨੂੰ ਕੁਝ ਸੁਜੈਸ਼ਨਸ ਦੇਣੇ ਚਾਹੋਗੇ? ਇਹਦੇ ਵਿੱਚ ਚਲੋ ਜਿਹੜੇ ਸਾਰੇ ਪ੍ਰਿੰਸੀਪਲਸ ਹੈ ਮੇਰੇ ਤੋਂ ਸੀਨੀਅਰ ਵੀ ਹੈ, ਮੇਰੇ ਤੋਂ ਮਤਲਬ ਚਲੋ 154 ਦੀ ਮੈਂ ਗੱਲ ਕਰਦਾ, ਅਦਰਵਾਈਜ਼ ਮੇਰੇ ਤੋਂ ਬਹੁਤ ਵਧੀਆ ਪ੍ਰਿੰਸੀਪਲ ਹੈ, ਉਹਨਾਂ ਦੀ ਲਾਈਫ ਵਿੱਚ ਕਾਫੀ ਕੁਝ ਦੇਖਿਆ, ਉਹਨਾਂ ਤੋਂ ਦੇਖ ਕੇ ਸਾਨੂੰ ਕਾਫੀ ਕੁਝ ਸਿੱਖਣ ਦਾ ਵੀ ਮਿਲਿਆ। ਲੇਕਿਨ ਮੈਂ ਜੋ ਆਪਣੇ ਐਕਸਪੀਰੀਅੰਸ ਦੇ ਨਾਲ ਗੱਲ ਸ਼ੇਅਰ ਕਰਦਾ ਵੀ ਦੇਖੋ ਕੋਈ ਵੀ ਕੰਮ ਹੈ, ਤੁਹਾਡੀ ਟੀਮ ਜੇ ਮਜ਼ਬੂਤ ਹੈ, ਟੀਮ ਕੰਮ ਕਰ ਰਹੀ ਹੈ, ਟੀਮ ਨੂੰ ਕ੍ਰੈਡਿਟ ਦਿਓ। ਜੇ ਸਕੂਲ ਦਾ ਨਾਂ ਆ ਰਿਹਾ ਨਾ, ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਕੀਤੀ, ਮੇਰਾ ਸੰਘੋ ਕਤਰਾਲਾ ਸਕੂਲ ਸੀਗਾ, ਕਮਾਲ ਕੇ ਸਕੂਲ ਸੀ ਡਿਸਟ੍ਰਿਕਟ ਮੋਗਾ 'ਚ, ਇੱਥੇ ਹਿੰਮਤਪੁਰ ਧਨੋਆ ਸਕੂਲ ਹੈ, ਜੇ ਇੱਥੇ ਕੁਝ ਵਧੀਆ ਹੋ ਰਿਹਾ ਤੇ ਉਹਦੇ ਵਿੱਚ ਕ੍ਰੈਡਿਟ ਮੈਨੂੰ ਆਪਣੇ ਆਪ ਮਿਲ ਰਿਹਾ। ਜੇ ਮੇਰੀ ਟੀਮ ਨੂੰ ਮਿਲ ਰਿਹਾ ਇਟ ਮੀਨਸ ਮੈਨੂੰ ਮਿਲ ਰਿਹਾ। ਕੋਈ ਵੀ ਆਲਾ ਅਫਸਰ ਉੱਪਰੋਂ ਆਉਂਦਾ ਹੈ ਜਾਂ ਪਿੰਡ ਦਾ ਪਤਵੰਤਾ ਸੱਜਣ ਆਉਂਦਾ ਹੈ, ਜਿਵੇਂ ਮੈਂ ਤੁਹਾਡੇ ਨਾਲ ਹੁਣੀ ਗੱਲ ਵੀ ਕਰਵਾਈ, ਜਿਹੜੇ ਇੱਥੋਂ ਦੇ ਟਰਸਟ ਆਪਣੇ ਜਿਨ੍ਹਾਂ ਨੇ ਇੱਥੇ ਬਲਾਕ ਬਣਾਇਆ ਦਾ, ਉਹਨਾਂ ਦੀ ਮੈਂ ਤੁਹਾਡੇ ਨਾਲ ਗੱਲ ਵੀ ਕਰਾਈ। ਉਹ ਦੇਖੋ ਟੀਮ ਮੇਰੀ ਨੇ ਕੰਮ ਕੀਤਾ, ਲੇਕਿਨ ਮੈਨੂੰ ਕਹਿੰਦੇ ਵੀ ਪ੍ਰਿੰਸੀਪਲ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰਾਇਆ, ਮੈਨੂੰ ਉਹਦਾ ਕ੍ਰੈਡਿਟ ਆਪਣੇ ਆਪ ਮਿਲ ਰਿਹਾ। ਮੈਂ ਤਾਂ ਆਇਆ ਕਿ ਜੇ ਮੇਰੀ ਟੀਮ ਹੈ, ਮੇਰੀ ਟੀਮ ਨੇ ਇਹਨੂੰ ਬਹੁਤ ਵਧੀਆ ਤਰੀਕੇ ਨਾਲ, ਬਹੁਤ ਸੁਚੱਜੇ ਤਰੀਕੇ ਨਾਲ ਇਹਨੂੰ ਨੇਪਰੇ ਚੜ੍ਹਾਇਆ। ਬਾਕੀ ਮੈਂ ਆਪਣੇ ਜਿਹੜੇ ਮੇਰੇ 154 ਵਾਲੇ ਸਾਥੀ ਹੈ, ਮੈਂ ਉਹਨਾਂ ਨੂੰ ਇਹੀ ਕਰਾਂਗਾ ਕਿ ਤੁਸੀਂ ਆਪਣੀ ਟੀਮ ਨੂੰ ਮੈਕਸਿਮਮ ਕ੍ਰੈਡਿਟ ਦਿਓ, ਉਹ ਤੁਹਾਡੇ ਲਈ ਜੀ ਜਾਨ ਲੜਾ ਦੇਣਗੇ। ਤੁਹਾਡੀ ਵਡਿਆਈ ਲਈ, ਵਡਿਆਈ ਤਾਂ ਸ਼ਬਦ ਮੈਂ ਨਹੀਂ ਇੱਥੇ ਲਵਾਂਗਾ, ਸਕੂਲ ਦੀ ਇੰਪਰੂਵਮੈਂਟ ਵਾਸਤੇ ਆਪਣੀ ਪੂਰੀ ਜਾਨ ਲੜਾ ਦੇਵਾਂਗੇ। ਜੇ ਤੁਸੀਂ ਉਹਨਾਂ ਦਾ ਕ੍ਰੈਡਿਟ ਨਹੀਂ ਦਿੰਦੇ ਤੇ ਉਹ ਕਿਤੇ ਨਾ ਕਿਤੇ ਹੈ ਤਾਂ ਹਿਊਮਨ ਹੈ, ਹਰਟ ਹੋਣਗੇ ਤੇ ਉਹ ਜਿਹੜਾ ਉਹਦਾ ਨੁਕਸਾਨ ਇੰਸਟੀਟਿਊਸ਼ਨ ਨੂੰ ਕਿਤੇ ਨਾ ਕਿਤੇ ਹੋਵੇਗਾ। ਸੋ ਮੈਂ ਆਪਣੇ ਸਾਰੇ ਸਾਥੀਆਂ ਨੂੰ ਤਾਂ ਇਹੀ ਬੇਨਤੀ ਕਰ ਸਕਦਾ ਸਰ। ਇੱਕ ਹੋਰ ਚੀਜ਼ ਸਰ, ਜਿਹੜੇ ਬਹੁਤ ਬੱਚੇ ਨੇ ਹਾਂਜੀ, ਸਪੈਸ਼ਲੀ ਮੁੰਡੇ ਜਿਹੜੇ ਹਾਂਜੀ ਹਾਂਜੀ 10ਵੀਂ ਤੋਂ ਬਾਅਦ ਫੌਜ 'ਚ ਜਾਂਦੇ ਨੇ ਜਾਂ ਪਲੱਸ 2 ਤੋਂ ਬਾਅਦ ਫੌਜ 'ਚ ਜਾਂਦੇ ਨੇ ਸਰ, ਉਹਨਾਂ ਨੂੰ ਤੁਸੀਂ ਜ਼ਰੂਰ ਗਾਈਡ ਕਰੋ। ਮੈਂ ਜਿਵੇਂ ਤੁਹਾਨੂੰ ਮੈਂ ਦੱਸਿਆ, ਮੈਂ ਲੈਕਚਰ ਪੰਜਾਬੀ ਸੀਨੀਅਰ ਸੈਕੰਡਰੀ ਸਕੂਲ ਸੰਘੋ ਕਤਰਾਲਾ ਰਿਹਾ, ਤਕਰੀਬਨ 13 ਸਾਲ ਮੈਂ ਉੱਥੇ ਸਰਵਿਸ ਕੀਤੀ ਹੈ ਅਤੇ ਉੱਥੇ ਮੇਰੇ ਕੋਲ ਮਤਲਬ 13 ਬੈਚ ਤਾਂ ਨਿਕਲ ਹੀ ਹੈ ਪਲੱਸ 2 ਦੇ, ਅਤੇ ਮੈਂ ਹਰ ਬੈਚ ਨੂੰ ਇਹੀ ਕਹਿੰਦਾ ਹੁੰਦਾ ਸੀ, ਬੇਟਾ ਤੁਸੀਂ ਭਰਤੀ, ਮੈਕਸੀਮਮ ਜਿਹਨੂੰ ਪੁੱਛਦੇ ਸੀ ਤਾਂ ਉਹਦਾ ਮੋਟੋ ਕੀ ਹੁੰਦਾ ਸੀ, ਸਰ ਮੈਂ ਭਰਤੀ ਹੋਣਾ, ਮੈਂ ਫੌਜ 'ਚ ਹੋਣਾ। ਔਰ ਨੈਚੁਰਲੀ ਤਕਰੀਬਨ ਮੇਰੇ ਟੈਨਿਓਰ ਦੌਰਾਨ 50 ਤੋਂ 60% ਬੱਚੇ ਜਿਹੜੇ ਫੌਜ ਵਿੱਚ ਭਰਤੀ ਹੋ ਵੀ ਗਏ। ਜਦੋਂ ਮੇਰੇ ਕੋਲ ਵਾਪਸ ਆਉਂਦੇ ਸੀ ਤੇ ਮੈਂ ਉਹਨਾਂ ਨੂੰ ਇੱਕ ਗਾਈਡ ਕਰਦਾ ਸੀ ਵੀ ਬੇਟਾ ਫੌਜ ਵਿੱਚ ਜਾ ਕੇ ਇੱਕ ਤਾਂ ਗਲਤ ਸੰਗਤ ਵਿੱਚ ਨਹੀਂ ਪੈਣਾ, ਕਿਉਂਕਿ ਕਈ ਚੀਜ਼ਾਂ ਦੀ ਛੂਟ ਹੁੰਦੀ ਹੈ ਉੱਥੇ, ਉਸ ਗਲਤ ਚੀਜ਼ਾਂ ਦੇ ਪਿੱਛੇ ਨਹੀਂ ਪੈਣਾ ਜਾਂ ਗਲਤ ਸੰਗਤ ਵਿੱਚ ਨਹੀਂ ਪੈਣਾ, ਆਪਣੀ ਪੜ੍ਹਾਈ ਨੂੰ ਜਾਰੀ ਰੱਖਣਾ ਹੈ। ਉਹਨਾਂ ਨੂੰ ਆਪਣੀ ਮਿਸਾਲ ਮੈਂ ਦਿੰਦਾ ਵੀ ਬੇਟਾ ਮੈਂ ਪੜ੍ਹਦਾ ਸੀ, ਮੈਂ ਅੱਜ ਤੁਹਾਡੇ ਸਕੂਲੇ ਲੈਕਚਰਰ ਹਾਂ ਜਾਂ ਮੈਂ ਹੁਣ ਪ੍ਰਿੰਸੀਪਲ ਹੈ, ਜੇ ਮੈਂ ਵੀ ਸੋਚਦਾ ਕਿ ਮੈਨੂੰ ਇੱਕ ਜੌਬ ਮਿਲ ਗਈ ਹੈ, ਮੇਰੇ ਬੈਂਕ ਵਿੱਚ ਪੈਸੇ ਆਉਂਦੇ ਪਏ ਹੈ, ਜਾਂ ਮੈਂ ਵੀ ਸੂਬੇਦਾਰ ਜਾਂ ਸੂਬੇਦਾਰ ਮੇਜਰ ਰਿਟਾਇਰ ਹੋ ਜਾਣਾ, ਅਤੇ ਸ਼ਾਇਦ ਮੈਂ ਅੱਜ ਪ੍ਰਿੰਸੀਪਲ ਦੀ ਪੋਸਟ 'ਤੇ ਨਾ ਪਹੁੰਚ ਪਾਉਂਦਾ ਜੇ ਮੇਰੀ ਇਹ ਥਿੰਕਿੰਗ ਹੁੰਦੀ। ਇਸ ਲਈ ਤੁਸੀਂ ਪੜ੍ਹੋ, ਆਪਣੀ ਪੜ੍ਹਾਈ ਨੂੰ ਜਾਰੀ ਰੱਖੋ, ਅੱਗੇ ਕੀ ਹੋਣਾ ਕੀ ਨਹੀਂ ਹੋਣਾ ਉਹ ਅਗਲੀ ਗੱਲ ਹੈ, ਉਹਦੇ ਬਾਰੇ ਜ਼ਿਆਦਾ ਨਾ ਸੋਚੋ। ਬਸ ਇੰਨਾ ਕੁ ਮੈਂ ਮੈਸੇਜ ਦੇ। ਸਰ ਮੈਨੂੰ ਅੱਜ ਇਸ ਸਕੂਲ ਆ ਕੇ ਬਹੁਤ ਅੱਛਾ ਲੱਗਾ। ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਜਿਸ ਸਕੂਲ ਪੜ੍ਹਾਉਂਦੀ ਹਾਂ ਉਸ ਤੋਂ ਸੋਹਣਾ ਕੋਈ ਸਕੂਲ ਹੀ ਨਹੀਂ ਹੈ। ਰੀਅਲੀ ਸਰ ਤੁਹਾਡਾ ਸਕੂਲ ਬਹੁਤ ਸੋਹਣਾ ਹੈ, ਜਿਹੜੇ ਨਵੇਂ ਕਮਰੇ ਬਣੇ ਹੋਏ ਨੇ ਉਹਨਾਂ ਦਾ ਜਿੱਦਾਂ ਤੁਸੀਂ ਇੰਟੀਰੀਅਰ ਕਰ ਰਹੇ ਹੈ, ਜਿਹੜੇ ਸਾਡੇ ਪ੍ਰੋਜੈਕਟਰ ਨੇ ਉਹ ਤਾਂ ਸਰਕਾਰ ਨੇ ਹਰ ਇੱਕ ਸਕੂਲ ਨੂੰ ਪ੍ਰੋਵਾਈਡ ਕਰ ਦਿੱਤੇ ਹੈ, ਪਰ ਰੀਅਲੀ ਸਰ ਤੁਸੀਂ ਉਸ ਚੀਜ਼ ਨੂੰ ਆਪਣੇ ਢੰਗ ਦੇ ਨਾਲ ਜੋ ਸਜਾਇਆ ਹੈ ਉਹ ਬਹੁਤ ਬਹੁਤ ਸੋਹਣਾ ਸਜਾਇਆ ਹੈ ਸਰ। ਉਸ ਤੋਂ ਬਾਅਦ
ਸਰ ਅਸੀਂ ਪਹਿਲਾਂ ਕਦੀ ਨਹੀਂ ਮਿਲੇ। ਮੈਂ ਤੁਹਾਡੇ ਨਾਲ ਇਸ ਕਰਕੇ ਰੂਬਰੂ ਹੋ ਸਕੇ ਹਾਂ ਕਿਉਂਕਿ ਮੈਂ ਗੁਰਮੀਤ ਸਰ ਦੇ ਕੰਟੈਕਟ ਸੀ। ਗੁਰਮੀਤ ਸਰ ਨੇ ਮੈਨੂੰ ਸੁਨੀਲ ਸਰ ਦੇ ਨਾਲ ਮਿਲਵਾਇਆ ਐਂਡ ਸੁਨੀਲ ਸਰ ਨੇ ਮੈਨੂੰ ਤੁਹਾਡੇ ਨਾਲ ਮਿਲਵਾਇਆ। ਸਰ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਥੈਂਕਫੁਲ ਹਾਂ ਕਿ ਮੈਂ ਇੰਨੇ ਪੋਜ਼ਿਟਿਵ ਇੰਨੀਆਂ ਮਤਲਬ ਮੈਂ ਦੱਸ ਨਹੀਂ ਸਕਦੀ। ਮੈਂ ਅੱਜ ਕੱਲ੍ਹ ਜਿਹੜੇ ਲੋਕਾਂ ਦੇ ਨਾਲ ਜਿਹੜੇ ਟੀਚਰਸ ਦੇ ਨਾਲ ਰੂਬਰੂ ਹੋ ਰਹੇ ਹੈ, ਬੱਚੇ ਸਿੱਖਣ ਨਾ ਸਿੱਖਣ, ਸਰ ਮੈਂ ਬਹੁਤ ਕੁਝ ਸਿੱਖ ਰਹੇ ਹਾਂ ਤੁਹਾਡੇ ਸਾਰਿਆਂ ਨਾਲ ਮਿਲ ਕੇ। ਸੋ ਥੈਂਕ ਯੂ ਸੋ ਮਚ ਐਂਡ ਆਈ ਵਿਸ਼ ਤੁਹਾਡਾ ਸਕੂਲ ਬਹੁਤ 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 ਤਰੱਕੀਆਂ ਕਰੇ। ਥੈਂਕ ਯੂ ਮੈਮ, ਥੈਂਕ ਯੂ।